ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਸਾਰੰਗ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 8 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 9ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1240 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ। ਇਹਨੂੰ ਨਾਵਾਲ ਨਹੀਂ ਪੜਨਾ, ਨੰਨੇ ਪੈਰ ਥੱਲੇ ਅੱਧਾ ਹਾਹਾ ਲਾ ਕੇ ਨਾਵਾਲ। ਨਾਵਾਲ ਦਾ ਮਤਲਬ ਨਵਾ ਕੇ। ਘਰ ਨਾਰਾਇਣ, ਘਰ ਦਾ ਮਤਲਬ ਘਰ ਵਿੱਚ, ਨਾਰਾਇਣ ਦਾ ਮਤਲਬ ਠਾਕੁਰ ਦੀ ਮੂਰਤੀ, ਸਭਾ ਨਾਲ ਦਾ ਮਤਲਬ ਹੋਰ ਮੂਰਤੀਆਂ ਸਮੇਤ। ਪੁਜਾਰੀ ਆਪਣੇ ਘਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਸਥਾਪਨ ਕਰਦਾ ਹੈ। ਪੂਜ ਕਰੇ ਰੱਖੈ ਨਾਵਾਲ, ਤੇ ਫਿਰ ਉਹਨਾਂ ਦੀ ਪੂਜਾ ਵੀ ਕਰਦਾ, ਮੱਥਾ ਟੇਕਦਾ ਔਰ ਇਸ਼ਨਾਨ ਆਦਿਕ ਕਰਾਂਦਾ ਹੈ। ਪੂਜਾ ਕਰਦਾ ਔਰ ਇਸ਼ਨਾਨ ਕਰਾਂਦਾ। ਕੁੰਗੂ ਚੰਨਣ ਫੁੱਲ ਚੜਾਏ। ਕੁੰਗੂ ਦਾ ਮਤਲਬ ਕੇਸਰ। ਕੇਸਰ ਔਰ ਚੰਦਨ ਦੇ ਫੁੱਲ ਮੂਰਤੀਆਂ ਅੱਗੇ ਭੇਟ ਕਰਦਾ ਹੈ। ਪੈਰੀ ਪੈ ਪੈ ਬਹੁਤ ਮਨਾਏ, ਤੇ ਪੈਰੀ ਪੈ ਕੇ ਯਾਨੀ ਮੱਥਾ ਟੇਕਦਾ ਹੈ ਔਰ ਮੂਰਤੀ ਨੂੰ ਪ੍ਰਸੰਨ ਕਰਨ ਦਾ ਯਤਨ ਕਰਦਾ ਹੈ। ਮਨਾਉਣ ਦਾ ਮਤਲਬ ਮਨਾਉਂਦਾ ਹੈ, ਪ੍ਰਸੰਨ ਕਰਦਾ ਹੈ, ਖੁਸ਼ ਕਰਨ ਦਾ ਯਤਨ ਕਰਦਾ ਹੈ। ਯਾਨੀ ਘਰ ਦੇ ਅੰਦਰ ਮੂਰਤੀਆਂ ਲਗਾਈਆਂ ਨੇ, ਉਹਨਾਂ ਦਾ ਇਸ਼ਨਾਨ ਆਦਿਕ ਕਰਾਂਦਾ ਹੈ, ਉਹਨਾਂ ਦੀ ਪੂਜਾ ਕਰਦਾ ਹੈ, ਧੂਪ ਬੱਤੀ ਤਕਾਉਂਦਾ ਹੈ, ਚੰਦਨ ਔਰ ਕੇਸਰ ਆਦਿਕ ਚੜਾਉਂਦਾ ਹੈ, ਮੱਥੇ ਟੇਕਦਾ ਹੈ ਔਰ ਮਨਾਉਂਦਾ ਹੈ। ਤੇ ਨਾਲ ਕੀ ਕਰਦਾ ਹੈ? ਮਾਣੂਆ ਮੰਗ ਮੰਗ ਪਹਿਨੇ ਖਾਏ। ਇੱਥੇ ਮਾਣੂਆ ਦਾ ਮਤਲਬ ਹੈ ਮਨੁੱਖਾਂ ਤੋਂ, ਪਰ ਰੋਟੀ ਕੱਪੜਾ ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਹੈ। ਲੋਕਾਂ ਨੂੰ ਕਹਿ ਰਿਹਾ ਕਿ ਮੈਂ ਠਾਕੁਰ ਦੀ ਪੂਜਾ ਕਰ ਰਿਹਾ, ਰੱਬ ਨੂੰ ਮੈਂ ਘਰ ਵਿੱਚ ਰੱਖਿਆ ਹੈ, ਨਵਾ ਰਿਹਾ ਹੈ, ਪੂਜਾ ਕਰ ਰਿਹਾ ਹੈ, ਮੱਥੇ ਟੇਕ ਰਿਹਾ ਹੈ, ਮਨਾ ਰਿਹਾ ਹੈ, ਲੇਕਿਨ ਰੋਟੀ ਕੱਪੜਾ ਇਹ ਮਨੁੱਖਾਂ ਤੋਂ ਮੰਗ ਮੰਗ ਕੇ ਖਾ ਰਿਹਾ ਹੈ। ਮੰਗ ਮਨੁੱਖਾਂ ਤੋਂ ਰਿਹਾ ਹੈ। ਹਾਲਾਤ ਇਹ ਹੈ। ਗੁਰੂ ਜੀ ਕਹਿੰਦੇ ਨੇ ਅੰਧੀ ਕੰਮੀ ਅੰਧ ਸਜਾਏ। ਅੰਧੀ ਕੰਮੀ ਦਾ ਮਤਲਬ ਅੰਨੇ ਕੰਮਾਂ ਵਿੱਚ, ਅਗਿਆਨਤਾ ਭਰੇ ਕੰਮਾਂ ਵਿੱਚ, ਜਿਨ੍ਹਾਂ ਕੰਮਾਂ ਦੇ ਕਰਨ ਨਾਲ ਮਨੁੱਖ ਦੀ ਮੱਤ ਹਨੇਰੇ ਵਿੱਚ ਰਹੇ। ਅੰਧ ਦਾ ਮਤਲਬ ਅਗਿਆਨਤਾ, ਹਨੇਰਾ ਦਾ ਮਤਲਬ ਹਨੇਰਾ, ਸਜਾਏ ਦਾ ਮਤਲਬ ਡੰਨ। ਤਾਂ ਅਗਿਆਨਤਾ ਵਾਲੇ ਕਰਮ ਕੀਤਿਆਂ ਇਹੀ ਸਜ਼ਾ ਮਿਲਦੀ ਹੈ। ਇਹ ਸਜ਼ਾ ਕੀ ਮਿਲਦੀ ਹੈ? ਕਿ ਅਗਿਆਨਤਾ ਹੋਰ ਵੱਧਦੀ ਹੈ। ਇੱਕ ਸਜ਼ਾ ਹੀ ਹੈ ਨਾ, ਕਿ ਮੱਥੇ ਕਿੱਥੇ ਟੇਕ ਰਿਹਾ ਹੈ, ਪੂਜਾ ਕਿੱਥੇ ਕਰ ਰਿਹਾ ਹੈ, ਤੇ ਮੰਗ ਬੰਦਿਆਂ ਤੋਂ ਰਿਹਾ ਹੈ। ਮੰਗਦਾ ਬੰਦਿਆਂ ਤੋਂ ਫਿਰਦਾ ਹੈ। ਅਗਲਾ ਬਚਨ ਕਰਦੇ ਨੇ, ਭੁੱਖਿਆਂ ਦੇ ਨਾ ਮਰਦਿਆਂ ਰੱਖੇ। ਉਸਨੂੰ ਇਹ ਨਹੀਂ ਪਤਾ ਕਿ ਜਿਸ ਮੂਰਤੀ ਦੀ ਮੈਂ ਪੂਜਾ ਕਰ ਰਿਹਾ ਹਾਂ, ਕਿ ਇਹ ਨਾ ਤਾਂ ਭੁੱਖੇ ਨੂੰ ਕੁਛ ਦੇ ਸਕਦੀ ਹੈ, ਤੇ ਨਾ ਭੁੱਖ ਦੇ ਨਾਲ ਮਰਦੇ ਬੰਦੇ ਨੂੰ ਜਾਨੋਂ ਮਰਨੋਂ ਬਚਾ ਸਕਦੀ ਹੈ। ਨਾ ਤਾਂ ਭੁੱਖੇ ਨੂੰ ਕੁਛ ਦਿੰਦੀ ਹੈ, ਔਰ ਨਾ ਹੀ ਭੁੱਖੇ ਨੂੰ, ਭੁੱਖ ਦੇ ਨਾਲ ਮਰਦੇ ਨੂੰ ਜਾਨੋਂ ਬਚਾਉਂਦੀ ਹੈ। ਤੇ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ ਚ ਕਹਿੰਦੇ ਨੇ, ਅੰਧਾ ਝਗੜਾ ਅੰਧੀ ਸੱਥ ਹੈ। ਝਗੜਾ ਦਾ ਮਤਲਬ ਰੇੜਕਾ। ਜਿਵੇਂ ਅਸੀਂ ਕਹਿੰਦੇ ਨਾ ਲੰਮਾ ਰੇੜਕਾ ਪਿਆ ਹੈ, ਲੰਮਾ ਗੇੜ, ਰੇੜਕਾ, ਗੇੜ, ਝਗੜਾ। ਸੱਥੇ ਦਾ ਮਤਲਬ ਸਭਾ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹੋ ਜਿਹੇ ਜੋ ਬੇਸਮਝ ਅਗਿਆਨੀਆਂ ਦੀ ਸਭਾ ਹੈ, ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਜਾਂਦਾ ਹੈ। ਯਾਨੀ ਫਿਰ ਵੀ ਲੋਕ ਅੱਖਾਂ ਮੀਟ ਕੇ ਰੱਬੀ ਰਜ਼ਾ ਨੂੰ ਮੰਨਣ ਦੀ ਬਜਾਏ ਮੂਰਤੀ ਪੂਜਾ ਦੇ ਵਿੱਚ ਜੁੜੇ ਰਹਿੰਦੇ ਨੇ। ਇਹ ਲੰਮਾ ਰੇੜਕਾ ਤੁਰੀ ਜਾਂਦਾ ਹੈ। ਹੁਣ ਮੂਰਤੀ ਦੇਖੋ, ਮੂਰਤੀ ਹੈ, ਚਾਹੇ ਤਾਂ ਉਹ ਪੱਥਰ ਦੀ ਹੈ, ਚਾਹੇ ਉਹ ਕਾਗਜ਼ ਦੀ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ।
ਜ਼ਰੂਰੀ ਨਹੀਂ ਹੈ ਕਿ ਇੱਕ ਪੱਥਰ ਦੀ ਮੂਰਤੀ ਦੇ ਅੱਗੇ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਗਲਤ ਕੰਮ ਹੈ, ਤੇ ਜੇ ਕਾਗਜ਼ ਦੀ ਮੂਰਤੀ ਅੱਗੇ ਕਰੀਏ ਤੇ ਉਹ ਠੀਕ ਹੈ। ਗੱਲਾਂ ਦੋਵੇਂ ਬਰਾਬਰ ਨੇ। ਅਸੀਂ ਵੀ ਦੇਖਦੇ ਹਾਂ ਬਹੁਤ ਸਾਰੇ ਕੁਝ ਸਿੱਖ ਚਿਹਰੇ, ਸਿੱਖ ਅਖਵਾਨ ਵਾਲੇ ਲੋਕ ਵੀ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਘਰ ਵਿੱਚ, ਤਸਵੀਰਾਂ ਘਰਾਂ ਵਿੱਚ ਲਾਈਆਂ ਨੇ। ਤਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਇਹ ਤਸਵੀਰਾਂ ਜੈਨੂਅਨ ਨਹੀਂ ਹਨ, ਸ਼ੋਭਾ ਸਿੰਘ ਨੇ ਬਣਾਈਆਂ ਨੇ, ਇਮੇਜਨ ਹੈ, ਸਿਰਫ ਇੱਕ ਅੰਦਾਜ਼ੇ ਨਾਲ ਬਣਾਈਆਂ ਨੇ, ਅਸਲੀ ਤਸਵੀਰਾਂ ਨਹੀਂ ਹਨ। ਤਾਂ ਬਹੁਤ ਸਾਰੇ ਲੋਕ ਤਸਵੀਰਾਂ ਅੱਗੇ ਮੱਥਾ ਟੇਕ ਰਹੇ ਨੇ, ਤਸਵੀਰਾਂ ਨੂੰ ਭੋਗ ਲਵਾ ਰਹੇ ਨੇ, ਤਸਵੀਰਾਂ ਅੱਗੇ ਧੂਫਾਂ ਦਿਖਾ ਰਹੇ ਨੇ। ਕੰਮ ਉਹੀ ਹੈ, ਫਰਕ ਸਿਰਫ ਇੰਨਾ ਹੈ ਕਿ ਇੱਕ ਪਾਸੇ ਮੂਰਤੀ ਪੱਥਰ ਦੀ ਹੈ, ਦੂਜੇ ਪਾਸੇ ਕਾਗਜ਼ ਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਅੰਧਾ ਝਗੜਾ ਅੰਧੀ ਸੱਥੈ। ਸੱਥੈ ਦਾ ਮਤਲਬ ਸੁਭਾਅ ਵਿੱਚ, ਯਾਨੀ ਇਹ ਅਗਿਆਨਤਾ ਵਾਲਾ ਜੋ ਕਰਮ ਹੈ, ਅਗਿਆਨਤਾ ਵਾਲਾ ਇਹ ਲੰਮਾ ਗੇੜ ਤੁਰਿਆ ਹੀ ਜਾਂਦਾ ਹੈ। ਲੋਕ ਅੱਖਾਂ ਮੀਟ ਕੇ ਮੂਰਤੀ ਪੂਜਾ, ਤਸਵੀਰ ਪੂਜਾ ਕਰੀ ਜਾਂਦੇ ਨੇ, ਮੱਥੇ ਉੱਥੇ ਟੇਕ ਰਹੇ ਨੇ, ਮੰਗ ਬੰਦਿਆਂ ਤੋਂ ਰਹੇ ਨੇ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਮਹਿਲਾ ਪਹਿਲਾ, ਸਭੇ ਸੁਰਤੀ ਜੋਗ ਸਭ, ਸਭੇ ਵੇਦ ਪੁਰਾਣ। ਸੁਰਤੀ ਦਾ ਮਤਲਬ ਸੁਰਤ ਜੋੜਨੀ, ਜਿਵੇਂ ਲੋਕ ਸਮਾਧੀ ਲਾਉਂਦੇ ਨੇ, ਧਿਆਨ ਲਗਾਉਂਦੇ ਨੇ, ਸੁਰਤ ਜੋੜਨ ਦਾ ਯਤਨ ਕਰਦੇ ਨੇ। ਇੱਥੇ ਯੋਗ ਮਤ ਦੀ ਗੱਲ ਹੋ ਰਹੀ ਹੈ। ਜਿਹੜੇ ਯੋਗ ਮਤ ਅਨੁਸਾਰ ਸੁਰਤ ਜਗਾਉਂਦੇ ਨੇ, ਦਸਮ ਦੁਆਰ ਵਿੱਚ ਧਿਆਨ ਟਿਕਾਉਂਦੇ ਨੇ, ਜਾਂ ਉਹਨਾਂ ਦਾ ਮੈਡੀਟੇਸ਼ਨ ਕਰਨ ਦਾ ਆਪੋ ਆਪਣਾ ਢੰਗ ਹੈ, ਉਹਨਾਂ ਦੀ ਗੱਲ ਕਰ ਰਹੇ। ਜੋਗ ਸਭ, ਯਾਨੀ ਜੋਗ ਮਤ ਅਨੁਸਾਰ ਬਿਰਤੀ ਜੋੜਨੀ, ਸਭੇ ਵੇਦ ਪੁਰਾਣ, ਤੇ ਜਿੰਨੇ ਵੀ ਵੇਦ ਨੇ, ਪੁਰਾਣ ਨੇ, ਧਰਮ ਗ੍ਰੰਥ ਆਦਿਕ ਨੇ, ਵੇਦ ਪੁਰਾਣ ਦਾ ਪਾਠ ਹੈ। ਸਭੇ ਕਰਨੇ ਤਪ ਸਭ, ਸਭੇ ਗੀਤ ਗਿਆਨ। ਤਪ ਸਭ ਦਾ ਮਤਲਬ ਤਪ ਸਭ ਸਾਧਨੇ, ਸਭੇ ਗੀਤ ਗਿਆਨ ਦਾ ਮਤਲਬ ਭਜਨਾਂ ਦੇ ਗੀਤ ਔਰ ਉਹਨਾਂ ਦੀਆਂ ਵਿਚਾਰਾਂ ਕਰਨੀਆਂ। ਸਾਰੇ ਕਰਮ ਜਿੰਨੇ ਵੀ ਹੋਰ ਕਰਮ ਕਾਂਡ ਨੇ, ਹਰ ਕਿਸਮ ਦਾ ਤਪ ਸਾਧਨਾ ਔਰ ਭਜਨਾਂ ਦੇ ਗੀਤ ਔਰ ਉਹਨਾਂ ਦੀਆਂ ਵਿਚਾਰਾਂ, ਇਹ ਕਰਨੀਆਂ। ਸਭੇ ਬੁੱਧੀ ਸੁਧ ਸਭ, ਸਭ ਤੀਰਥ ਸਭ ਥਾਨ। ਸੁਧ ਦਾ ਮਤਲਬ ਸੂਝ, ਚੰਗੀ ਅਕਲ, ਉੱਚੀ ਬੁੱਧੀ, ਚੰਗੀ ਅਕਲ, ਤੀਰਥ ਸਥਾਨ, ਤੀਰਥ ਸਥਾਨਾਂ ਦੇ ਉੱਤੇ ਜਾਣਾ, ਉੱਚੀ ਬੁੱਧ, ਚੰਗੀ ਅਕਲ, ਤੀਰਥ ਸਥਾਨ ਆਦਿਕ ਦੇ ਇਸ਼ਨਾਨ। ਸਭ ਪਾਤਸ਼ਾਹੀਆਂ ਅਮਰ ਸਭ, ਸਭ ਖੁਸ਼ੀਆਂ ਸਭ ਖਾਨ। ਅਮਰ ਦਾ ਮਤਲਬ ਹੁਕਮ, ਖਾਨ ਦਾ ਮਤਲਬ ਖਾਣੇ, ਪਾਤਸ਼ਾਹੀਆਂ ਦਾ ਮਤਲਬ ਹਕੂਮਤਾਂ। ਪਾਤਸ਼ਾਹੀਆਂ, ਹਕੂਮਤਾਂ, ਖੁਸ਼ੀਆਂ, ਮौज ਮਸਤੀ ਔਰ ਚੰਗੇ ਚੰਗੇ ਖਾਣੇ। ਸਭੇ ਮਾਨਸ ਦੇਵ ਸਭ, ਸਭੇ ਜੋਗ ਧਿਆਨ। ਸਾਰੇ ਮਨੁੱਖ, ਦੇਵਤੇ। ਜੋਗ ਧਿਆਨ ਦਾ ਮਤਲਬ ਸਾਰੀਆਂ ਜੋਗ ਦੀਆਂ ਸਮਾਧੀਆਂ। ਸਭੇ ਪੁਰੀਆਂ, ਖੰਡ ਸਭ, ਸਭੇ ਜੀ ਜਹਾਨ। ਸਾਰੇ ਹੀ ਮਾਨਸ, ਦੇਵਤੇ ਆਦਿਕ। ਪੁਰੀਆਂ ਦਾ ਮਤਲਬ ਧਰਤੀਆਂ, ਖੰਡ ਦਾ ਮਤਲਬ ਬ੍ਰਹਿਮੰਡ ਦੇ ਜੋ ਹਿੱਸੇ ਨੇ, ਜਜ਼ੀਰੇ ਆਦਿਕ ਨੇ। ਜੀ ਜਹਾਨ ਦਾ ਮਤਲਬ ਸਾਰੇ ਜਗਤ ਦੇ ਜੀਵ ਜੰਤ। ਧਰਤੀਆਂ, ਧਰਤੀਆਂ ਦੇ ਮੰਡਲ, ਧਰਤੀਆਂ ਦੇ ਹਿੱਸੇ, ਸਾਰੇ ਜਗਤ ਦੇ ਜੀਵ ਜੰਤ, ਜੋ ਵੀ ਆਦਿਸਤਾ ਹੋਇਆ ਸਾਰਾ ਜਗਤ ਹੈ। ਗੁਰੂ ਜੀ ਕਹਿੰਦੇ ਨੇ, ਹੁਕਮ ਚਲਾਏ ਆਪਣੇ, ਕਰਮੀ ਵਹਿ ਕਲਾਮ। ਇਹਨਾਂ ਸਾਰਿਆਂ ਨੂੰ ਰੱਬ ਆਪਣੇ ਹੁਕਮ ਦੇ ਅੰਦਰ ਚਲਾ ਰਿਹਾ ਹੈ। ਯਾਨੀ ਜੋ ਕੁਝ ਵੀ ਇਸ ਦੁਨੀਆ ਦੇ ਉੱਤੇ ਹੈ, ਮੈਂ ਦੁਬਾਰਾ ਇਹਨਾਂ ਚੀਜ਼ਾਂ ਨੂੰ ਆਪ ਦੇ ਨਾਲ ਸਾਂਝੀਆਂ ਕਰਦੇ ਹਾਂ ਕਿ ਜਿੰਨੇ ਵੀ ਚਾਹੇ ਜੋਗ ਮਤ ਅਨੁਸਾਰ ਬਿਰਤੀ ਜੋੜਨ ਵਾਲੇ ਨੇ, ਵੇਦ ਪੁਰਾਣ ਪੜਨ ਵਾਲੇ ਨੇ, ਤਪ ਸਾਧਨੇ ਨੇ, ਭਜਨਾਂ ਦੇ ਗੀਤ ਗਾਣੇ ਨੇ, ਉਹਨਾਂ ਦੀਆਂ ਵਿਚਾਰਾਂ ਕਰਨੀਆਂ ਨੇ, ਉੱਚੀ ਮਤ ਹੈ, ਚੰਗੀ ਅਕਲ ਹੈ, ਤੀਰਥ ਅਸਥਾਨ ਨੇ, ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਨੇ, ਪਾਤਸ਼ਾਹੀਆਂ ਨੇ, ਹਕੂਮਤਾਂ ਨੇ, ਖੁਸ਼ੀਆਂ ਯਾਨੀ ਮौज ਮਸਤੀਆਂ ਮਾਣਨ ਵਾਲੇ ਨੇ, ਜਾਂ ਅਨੇਕਾਂ ਕਿਸਮ ਦੇ ਖਾਣੇ ਨੇ, ਸਾਰੇ ਮਨੁੱਖ ਨੇ, ਦੇਵਤੇ ਨੇ, ਜੋਗ ਦੀਆਂ ਸਮਾਧੀਆਂ ਲਾਉਣ ਵਾਲੇ ਨੇ, ਧਰਤੀਆਂ ਨੇ, ਮੰਡਲ ਨੇ, ਖੰਡ ਨੇ, ਜਜ਼ੀਰੇ ਨੇ, ਸਾਰੇ ਜਗਤ ਦੇ ਜੀਵ ਜੰਤ ਨੇ। ਹੁਕਮ ਚਲਾਏ ਆਪਣੇ, ਇਹਨਾਂ ਸਾਰਿਆਂ ਨੂੰ ਹੁਕਮ ਦੇ ਅੰਦਰ ਚਲਾ ਰਿਹਾ ਹੈ, ਹੁਕਮ ਤੋਂ ਬਾਹਰ ਨਹੀਂ ਹਨ ਇਹ ਸਾਰੇ।
कुछ भी हुक्म तो बाहर नहीं है। कर्मी वह कलाम, कलाम ਦਾ ਮਤਲਬ ਕਲਮ, ਕਰਮੀ ਦਾ ਮਤਲਬ ਕੰਮਾਂ ਅਨੁਸਾਰ। ਇਹਨਾਂ ਸਭਨਾਂ ਨੂੰ ਹੁਕਮ ਵਿੱਚ ਚਲਾਉਂਦਾ ਹੈ ਤੇ ਜੀਵਾਂ ਦੇ ਕਰਮਾਂ ਅਨੁਸਾਰ ਕਲਮ ਵਗਦੀ ਹੈ। ਹਰੀ ਸਭ ਨੂੰ ਆਪਣੇ ਹੁਕਮ ਅਨੁਸਾਰ ਚਲਾ ਰਿਹਾ ਹੈ, ਪਰ ਇਹ ਹੁਕਮ ਅੰਨੇਵਾਹ ਨਹੀਂ ਚੱਲ ਰਿਹਾ ਕਿ ਕਿਸੇ ਨੂੰ ਸੁੱਖ ਕਿਸੇ ਨੂੰ ਦੁੱਖ ਅੰਨੇਵਾਹ ਹੁਕਮ ਚੱਲੀ ਜਾਏ। ਗੁਰੂ ਜੀ ਕਹਿੰਦੇ ਨੇ ਐਸਾ ਨਹੀਂ ਹੈ। ਕਰਮੀ ਵਹਿ ਕਲਾਮ, ਜੀਵਾਂ ਦੇ ਕਰਮਾਂ ਅਨੁਸਾਰ ਕਲਮ ਚੱਲਦੀ ਹੈ। ਕਲਮ ਚੱਲਣ ਦਾ ਮਤਲਬ ਜੋ ਫਲ ਮਿਲਦਾ ਹੈ। ਇਸ ਦੁਨੀਆ ਦੇ ਅੰਦਰ ਜੋ ਵੀ ਜੀਵ ਜੰਤ ਨੇ ਸਾਰੇ ਸਿਸਟਮ ਦੇ ਅੰਦਰ ਨੇ, ਹੁਕਮ ਦੇ ਅੰਦਰ ਨੇ। ਹੁਕਮ ਤੋਂ ਬਾਹਰ ਕੋਈ ਕੁਝ ਨਹੀਂ ਕਰ ਸਕਦਾ ਤੇ ਜੋ ਵੀ ਕਿਸੇ ਨੂੰ ਫਲ ਮਿਲਦਾ ਹੈ ਉਹ ਬੰਦਿਆਂ ਦੇ ਜੀਵਾਂ ਦੇ ਕਰਮਾਂ ਅਨੁਸਾਰ ਮਿਲਦਾ ਹੈ। ਯਾਨੀ ਜੋ ਕਲਮ ਚੱਲ ਰਹੀ ਹੈ, ਨਿਆਂ ਹੋ ਰਿਹਾ ਹੈ, ਜੋ ਸਾਨੂੰ ਫਲ ਮਿਲ ਰਿਹਾ ਹੈ, ਉਹ ਹਰ ਇਨਸਾਨ ਦੇ ਕਰਮ ਅਨੁਸਾਰ ਮਿਲਦਾ ਹੈ। ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਜੈਸਾ ਕਰਮ ਕਰੋਗੇ ਵੈਸਾ ਫਲ ਮਿਲੇਗਾ। ਇਸ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ। ਜੇ ਹੁਣ ਕੋਈ ਬੰਦਾ ਹਿਸਟਰੀ ਦੀ ਪੜ੍ਹਾਈ ਕਰ ਰਿਹਾ ਹੈ ਤਾਂ ਉਹਦੇ ਅਨੁਸਾਰ, ਕਰਮ ਅਨੁਸਾਰ ਉਹਨੂੰ ਫਲ ਮਿਲੇਗਾ, ਉਹ ਇੱਕ ਚੰਗਾ ਹਿਸਟੋਰੀਅਨ ਬਣ ਜਾਏਗਾ। ਜੇ ਕੋਈ ਬੰਦਾ ਫਿਜ਼ਿਕਸ, ਕੈਮਿਸਟਰੀ ਦਾ ਮੈਥ ਆਦਿ ਪੜ੍ਹ ਰਿਹਾ ਹੈ, ਉਹਦੀ ਮਾਸਟਰ ਡਿਗਰੀ ਲਏਗਾ ਤੇ ਉਸ ਸਬਜੈਕਟ ਦਾ ਉਹ ਮਾਹਿਰ ਬਣ ਜਾਏਗਾ। ਜੇ ਕੋਈ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ ਆਦਿਕ ਦੀ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਸਿਸਟਮ ਦੇ ਅੰਦਰ ਉਹਨੂੰ ਉਹ ਚੀਜ਼ ਮਿਲ ਜਾਏਗੀ। ਜੇ ਕੋਈ ਵਪਾਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ, ਜੋ ਵੀ ਕੰਮ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਚੀਜ਼ ਮਿਲੇਗੀ ਔਰ ਉਹ ਚੀਜ਼ ਮਿਲੇਗੀ ਜਿਸ ਚੀਜ਼ ਦੀ ਉਹ ਰਿਕੁਆਇਰਮੈਂਟ ਪੂਰੀ ਕਰਦਾ ਹੈ। ਇਸੇ ਤਰ੍ਹਾਂ ਖੁਸ਼ੀਆਂ ਨੇ ਜਾਂ ਚਿੰਤਾਵਾਂ ਨੇ, ਇਹ ਸਾਰੀਆਂ ਸਾਨੂੰ ਮਿਲਣਗੀਆਂ ਹੁਕਮ ਦੇ ਅੰਦਰ, ਸਿਸਟਮ ਅਨੁਸਾਰ। ਜਿਸ ਚੀਜ਼ ਦੀ ਅਸੀਂ ਰਿਕੁਆਇਰਮੈਂਟ ਪੂਰੀ ਕਰ ਰਹੇ ਹਾਂ ਉਹ ਚੀਜ਼ ਮਿਲ ਜਾਣੀ ਹੈ। ਜੇ ਤਾਂ ਅਸੀਂ ਖੁਸ਼ੀ ਦੀ ਰਿਕੁਆਇਰਮੈਂਟ ਪੂਰੀ ਕਰਦੇ ਹਾਂ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿਕ ਇਹ ਗੁਣ ਅਸੀਂ ਮਨ ਬਚਨ ਕਰਕੇ ਅਪਣਾ ਰਹੇ ਹਾਂ ਤਾਂ ਇਹਦਾ ਫਲ ਮਿਲੇਗਾ ਸਾਨੂੰ ਸੁਖ, ਸ਼ਾਂਤੀ, ਸੰਤੋਖ, ਪ੍ਰਸੰਨਤਾ। ਅਸੀਂ ਪੋਜ਼ਿਟਿਵ ਸੋਚ ਰਹੇ ਹਾਂ, ਸਕਾਰਾਤਮਕ ਸੋਚਦੇ ਹਾਂ, ਸਕਾਰਾਤਮਕ ਬੋਲਦੇ ਵੇਖਦੇ ਹਾਂ ਤਾਂ ਅਸੀਂ ਚੜ੍ਹਦੀ ਕਲਾ ਵਿੱਚ ਹੋਵਾਂਗੇ, ਇਹਦਾ ਫਲ ਮਿਲੇਗਾ, ਇਹ ਕਲਮ ਚੱਲ ਜਾਏਗੀ। ਜੇ ਅਸੀਂ ਹਮੇਸ਼ਾ ਨੈਗੇਟਿਵ ਸੋਚਦੇ ਹਾਂ ਕਿ ਮੈਂ ਤੇ ਕੁਝ ਵੀ ਨਹੀਂ, ਮੈਨੂੰ ਤੇ ਕੋਈ ਲਾਈਕ ਨਹੀਂ ਕਰਦਾ, ਮੈਂ ਤੇ ਕਾਮਯਾਬ ਨਹੀਂ ਹੋ ਸਕਦਾ, ਮੈਂ ਤਾਂ ਬਹੁਤਾ ਇੰਜੋਏ ਨਹੀਂ ਰਿਹਾ ਹਾਂ, ਮੇਰੇ ਅੰਦਰ ਤਾਂ ਕੋਈ ਸਕਿੱਲ ਨਹੀਂ ਹੈ, ਮੈਨੂੰ ਤਾਂ ਕਾਮਯਾਬ ਜ਼ਿੰਦਗੀ ਵਿੱਚ ਕਦੇ ਹੋਣਾ ਹੀ ਨਹੀਂ ਹੈ, ਤਾਂ ਫਿਰ ਸਾਨੂੰ ਕੀ ਹੋਏਗਾ ਕਿ ਅਸੀਂ ਡਿਪਰੈਸ਼ਨ ਵਿੱਚ ਚਲੇ ਜਾਵਾਂਗੇ, ਚਿੰਤਾ ਰੋਗ ਦੇ ਸ਼ਿਕਾਰ ਹੋ ਜਾਵਾਂਗੇ, ਸਾਡੇ ਅੰਦਰ ਨਕਾਰਾਤਮਕਤਾ ਆ ਜਾਏਗੀ, ਹੀਨ ਭਾਵਨਾ ਆ ਜਾਏਗੀ। ਇਹ ਕਲਮ ਐਵੇਂ ਚੱਲ ਜਾਣੀ ਹੈ। ਜਿਵੇਂ ਅਸੀਂ ਸੋਚਾਂਗੇ, ਜੋ ਅਸੀਂ ਬੋਲਾਂਗੇ, ਉਵੇਂ ਕਲਮ ਚੱਲਣੀ ਹੈ। ਕਲਮ ਚੱਲਣ ਦਾ ਮਤਲਬ ਸ਼ਾਹੀ ਵਿੱਚ ਭੇਜ ਕੇ ਨਹੀਂ, ਕਲਮ ਦਾ ਮਤਲਬ ਹੁਕਮ ਦੀ ਕਲਮ, ਨਿਆਂ ਦੀ ਕਲਮ। ਸਿਸਟਮ ਦੇ ਅੰਦਰ ਸਾਰੇ ਜੀਵ ਜੰਤ ਹੁਕਮ ਦੇ ਅੰਦਰ ਨੇ ਔਰ ਕਰਮਾਂ ਅਨੁਸਾਰ ਕਲਮ ਚੱਲਦੀ ਹੈ। ਫਲ ਜਿਹੜਾ ਹੈ ਕਰਮਾਂ ਅਨੁਸਾਰ ਮਿਲਦਾ ਹੈ। ਕਿਸੇ ਦੇ ਨਾਲ ਵੀ ਬੇਨਿਆਈ ਨਹੀਂ ਹੁੰਦੀ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜਿਹੋ ਜਿਹਾ ਕੋਈ ਬੀਜਦਾ ਉਹੋ ਜਿਹਾ ਹੀ ਉਹ ਵੱਢ ਲੈਂਦਾ ਹੈ। ਤਾਂ ਇਹ ਜਿਹੜਾ ਸਾਰੇ ਦਾ ਸਾਰਾ ਪੂਰਾ ਸੰਸਾਰ ਹੈ, ਇਹ ਰਜ਼ਾ ਔਰ ਭਾਣੇ ਅੰਦਰ ਹੈ। ਹੁਣ ਪਹਿਲੇ ਸ਼ਲੋਕ ਨੂੰ ਲਓ ਕਿ ਜੇ ਕੋਈ ਬੰਦਾ ਮੂਰਤੀ ਜਾਂ ਤਸਵੀਰ ਅੱਗੇ ਤੇ ਮੱਥੇ ਟੇਕੀ ਜਾਏ, ਧੂਪ ਬੱਤੀ ਦਿਖਾਈ ਜਾਏ, ਭੋਗ ਲਗਵਾਈ ਜਾਏ, ਮੱਥੇ ਟੇਕੀ ਜਾਏ, ਲੇਕਿਨ ਕੰਮ ਕੋਈ ਨਾ ਕਰੇ ਜਾਂ ਹੇਰਾ ਫੇਰੀਆਂ ਕਰੇ ਜਾਂ ਚੋਰੀਆਂ ਬੇਈਮਾਨੀਆਂ ਕਰੇ, ਤਾਂ ਕੀ ਉਹਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਮਿਲ ਜਾਏਗੀ? ਕਿਉਂਕਿ ਕਰਮ ਕੀ ਕਰ ਰਿਹਾ ਹੈ ਨਾ। ਇਸ ਲਈ ਮਨ, ਬਚਨ ਔਰ ਕਰਮ ਕਰਕੇ ਜੈਸਾ ਕੋਈ ਇਨਸਾਨ ਕਰਮ ਕਰੇਗਾ ਉਹਨੂੰ ਇਸ ਜੀਵਨ ਦੇ ਅੰਦਰ ਖੁਸ਼ੀ, ਦੁਖੀ, ਚਿੰਤਾ ਜਾਂ ਪਰੇਸ਼ਾਨੀ ਜੋ ਵੀ ਮਿਲੇਗਾ ਉਹਦੇ ਕਰਮ ਅਨੁਸਾਰ ਮਿਲੇਗਾ। ਨਾਨਕ ਸੱਚਾ ਸੱਚ ਨਾਏ, ਸੱਚ ਸਭਾ ਦੀ ਬਾਣ। ਸੱਚਾ ਦਾ ਮਤਲਬ ਸਦਾ ਰਹਿਣ ਵਾਲਾ, ਸੱਚ ਨਾਏ ਦਾ ਮਤਲਬ ਸੱਚੇ ਨਾਮ ਦੀ ਰਾਹੀਂ, ਨਾਮ ਦਾ ਮਤਲਬ ਹੁਕਮ ਦੀ ਰਾਹੀਂ, ਦੀਵਾਨ ਦਾ ਮਤਲਬ ਕਚਹਿਰੀ। ਤਾਂ ਗੁਰੂ ਜੀ ਕਹਿੰਦੇ ਨੇ ਕਿ ਹੇ ਨਾਨਕ, ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ,
ਉਹਦਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਨਿਆਂ ਸੱਚਾ ਹੈ ਤੇ ਸੱਚੇ ਹੁਕਮ ਦੇ ਅੰਦਰ ਜੁੜਿਆ ਉਸ ਦੀ ਪ੍ਰਾਪਤੀ ਹੁੰਦੀ ਹੈ, ਸੱਚੇ ਹੁਕਮ ਵਿੱਚ ਜੁੜਿਆ। ਹੁਣ ਕਈ ਜੀਵ ਜੋਗ ਦੀ ਰਾਹੀਂ ਸੁਰਤ ਜੋੜਦੇ ਨੇ, ਕਈ ਵੇਦ ਪੁਰਾਣਾਂ ਦੇ ਪਾਠ ਕਰਦੇ ਨੇ, ਕੋਈ ਤਪ ਸਾਧਦਾ ਹੈ, ਕੋਈ ਭਜਨ ਗਾਉਂਦਾ ਹੈ, ਕੋਈ ਗਿਆਨ ਚਰਚਾ ਕਰਦੇ ਨੇ, ਕੋਈ ਉੱਚੀਆਂ ਅਕਲਾਂ ਦੌੜਾਉਂਦੇ ਨੇ, ਕੋਈ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਕੋਈ ਪਾਤਸ਼ਾਹ ਬਣ ਕੇ ਹਕੂਮਤਾਂ ਕਰ ਰਹੇ ਨੇ, ਕੋਈ ਮੌਜਾਂ ਮਾਣ ਰਹੇ ਨੇ, ਕੋਈ ਵਧੀਆ ਖਾਣੇ ਖਾ ਰਹੇ ਨੇ, ਕੋਈ ਮਨੁੱਖ ਨੇ, ਕੋਈ ਦੇਵਤੇ ਨੇ, ਕੋਈ ਸਮਾਧੀਆਂ ਲਾ ਰਹੇ ਨੇ। ਸਾਰੇ ਜਗਤ ਦੇ ਜੀ ਜੰਤ ਵੱਖੋ ਵੱਖ ਆਰੇ ਲੱਗੇ ਹੋਏ ਨੇ, ਪਰ ਇਹ ਜੋ ਕੁਝ ਵੀ ਹੋ ਰਿਹਾ ਹੈ ਸਭ ਰੱਬੀ ਹੁਕਮ ਦੇ ਅੰਦਰ ਹੈ। ਜੀਵਾਂ ਦੀ ਇਹ ਵੱਖੋ ਵੱਖਰੇ ਕਿਸਮ ਦੀ ਜਿਹੜੀ ਰੁਚੀ ਹੈ ਨਾ, ਉਹ ਉਹਦੇ ਆਪਣੇ ਕੀਤੇ ਕਰਮਾਂ ਅਨੁਸਾਰ ਹੈ। ਉਹਦੀ ਜੋ ਵੀ ਰੁਚੀ ਹੈ ਕਿਸੇ ਦੀ ਵੀ, ਉਹ ਉਹਦੇ ਆਪਣੇ ਕੀਤੇ ਕਰਮ ਅਨੁਸਾਰ ਹੈ, ਉਹਦੀ ਸੋਚ ਅਨੁਸਾਰ ਹੈ। ਜਿਵੇਂ ਜਿਵੇਂ ਕਿਸੇ ਨੇ ਸੋਚਿਆ ਹੈ, ਜਿਵੇਂ ਜਿਵੇਂ ਬੋਲਿਆ ਹੈ, ਜਿਵੇਂ ਕਿਸੇ ਨੇ ਕਰਮ ਕੀਤੇ ਨੇ, ਉਹਨਾਂ ਦੇ ਅੰਦਰ ਨਿਊਰੋਨਲ ਪੈਟਰਨ ਬਣ ਗਏ ਨੇ, ਉਹਨਾਂ ਦੇ ਸੁਭਾਅ ਬਣ ਗਏ ਨੇ, ਉਹਨਾਂ ਦੀਆਂ ਰੁਚੀਆਂ ਬਣ ਗਈਆਂ ਨੇ, ਉਵੇਂ ਹੀ ਉਹ ਕਰਮ ਕਰੀ ਜਾ ਰਹੇ ਨੇ ਤੇ ਸਿਸਟਮ ਦੇ ਅੰਦਰ ਉਵੇਂ ਹੀ ਸੁੱਖ ਜਾਂ ਦੁੱਖ ਮਿਲੀ ਜਾ ਰਿਹਾ ਹੈ। ਪੌੜੀ ਨਾਏ ਮੰਨੈ ਸੁਖ ਉਪਜੈ, ਨਾਮੇ ਗਤ ਹੋਈ। ਮੰਨਿਆ ਦਾ ਮਤਲਬ ਮੰਨਣ ਨਾਲ, ਜੇ ਨਾਮ ਨੂੰ ਮੰਨਿਆ ਜਾਏ, ਤੇ ਨਾਮ ਦਾ ਮਤਲਬ ਹੈ ਹੁਕਮ, ਰੱਬੀ ਰਜ਼ਾ। ਨਾਏ ਮੰਨਿਆ ਸੁਖ ਉਪਜੈ, ਜੇ ਰੱਬੀ ਹੁਕਮ ਨੂੰ ਮੰਨਿਆ ਜਾਏ, ਜੇ ਰੱਬੀ ਹੁਕਮ ਦੇ ਅੰਦਰ ਜੀਵਿਆ ਜਾਏ, ਸੁਖ ਉਪਜੈ, ਤਾਂ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੁੰਦਾ ਹੈ। ਨਾਮੇ ਗਤ ਹੋਈ, ਨਾਮ ਦੇ ਅੰਦਰ, ਹੁਕਮ ਦੇ ਅੰਦਰ ਚੱਲਿਆ ਹੀ ਉੱਚੀ ਆਤਮਿਕ ਅਵਸਥਾ ਬਣਦੀ ਹੈ। ਹੁਕਮ ਰਜ਼ਾ ਭਾਣੇ ਨੂੰ ਮੰਨਿਆ ਜਾਏ ਤਾਂ ਜੀਵਨ ਦੇ ਵਿੱਚ ਸੁਖ ਪੈਦਾ ਹੁੰਦਾ ਹੈ। ਜੇ ਰਜ਼ਾ ਭਾਣੇ ਦੇ ਵਿੱਚ ਤੁਰਿਆ ਜਾਏ ਤਾਂ ਉੱਚੀ ਆਤਮਿਕ ਅਵਸਥਾ ਬਣਦੀ ਹੈ। ਤੇ ਨਾਮ ਦਾ ਮਤਲਬ ਹੁਕਮ, ਰਜ਼ਾ, ਭਾਣਾ, ਲੇਖ, ਸਿਸਟਮ, ਲਾ ਆਫ ਨੇਚਰ। ਜੇ ਇਹ ਸਿਸਟਮ ਦੇ ਵਿੱਚ ਰਿਹਾ ਜਾਏ, ਰੱਬੀ ਹੁਕਮ ਵਿੱਚ ਜੀਵਿਆ ਜਾਏ, ਸੁਖ ਤਾਂ ਹੀ ਪੈਦਾ ਹੋਏਗਾ। ਕਿਉਂਕਿ ਸੁਖ ਦੇ ਕੁਝ ਨੇਮ ਨੇ ਕਿ ਸਤ ਸੰਤੋਖ ਦਇਆ ਧਰਮ ਦੇ ਧਾਰਨੀ ਹੋਵੋਗੇ ਤਾਂ ਜੀਵਨ ਦੇ ਅੰਦਰ ਖੁਸ਼ੀ ਰਹੇਗੀ, ਤੇ ਜੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ, ਕ੍ਰੋਧ ਹੈ ਤਾਂ ਸੁਖੀ ਖੁਸ਼ੀ ਪੈਦਾ ਹੀ ਨਹੀਂ ਹੋਣੀ। ਨਾਏ ਮੰਨੈ ਪਤ ਪਾਈਐ, ਹਿਰਦੈ ਹਰ ਸੋਈ। ਨਾਏ ਮੰਨੈ ਦਾ ਮਤਲਬ ਜੇ ਹੁਕਮ ਨੂੰ ਮੰਨਿਆ ਜਾਏ ਤਾਂ ਇੱਜ਼ਤ ਮਿਲਦੀ ਹੈ। ਹਿਰਦੇ ਹਰ ਸੋਈ ਦਾ ਮਤਲਬ ਹਰੀ ਪ੍ਰਭੂ ਹਿਰਦੇ ਦੇ ਅੰਦਰ ਆ ਕੇ ਵਸ ਜਾਂਦਾ। ਹਿਰਦੇ ਦਾ ਮਤਲਬ ਸੋਚ, ਸਾਡੀ ਮੈਂਟੈਲਿਟੀ। ਤਾਂ ਸਾਡੀ ਸੋਚ ਦੇ ਅੰਦਰ ਪ੍ਰਭੂ ਆਪ ਆ ਕੇ ਵਸ ਜਾਂਦਾ ਹੈ। ਰੱਬੀ ਰਜ਼ਾ ਨੂੰ ਮੰਨਣ ਕਰਕੇ ਜ਼ਿੰਦਗੀ ਦੇ ਅੰਦਰ ਇੱਜ਼ਤ ਮਿਲਦੀ ਹੈ, ਪੱਤ ਮਿਲਦੀ ਹੈ। ਤਾਂ ਹੁਣ ਜੇ ਕੋਈ ਇੱਜ਼ਤ, ਪੱਤ, ਮਾਣ, ਸਤਕਾਰ ਪਾਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਰੱਬੀ ਰਜ਼ਾ ਵਿੱਚ ਤੁਰਨਾ ਪਵੇਗਾ। ਸਿਸਟਮ ਹੈ ਨਾ, ਜੇ ਕੋਈ ਬੰਦਾ ਚੰਗੇ ਕੰਮ ਕਰੇਗਾ, ਜੇ ਤੁਹਾਡੀ ਹੈਲਪ ਕਰਦਾ ਹੈ, ਤੁਹਾਡੇ ਨਾਲ ਕੋਈ ਚੰਗਾ ਬੋਲਦਾ ਹੈ, ਤੁਹਾਡੇ ਨਾਲ ਪਿਆਰ ਕਰਦਾ ਹੈ, ਤੁਹਾਡੇ ਸੁੱਖ ਦੁੱਖ ਵਿੱਚ ਸ਼ਾਮਲ ਹੁੰਦਾ ਹੈ, ਤਾਂ ਇਹ ਨਿਯਮ ਹੈ, ਤੁਸੀਂ ਆਟੋਮੈਟਿਕਲੀ ਇਸ ਨੂੰ ਇੱਜ਼ਤ ਦਿਓਗੇ, ਉਹਦਾ ਸਤਿਕਾਰ ਕਰੋਗੇ। ਤੇ ਜੇ ਕੋਈ ਤੁਹਾਡੇ ਘਰ ਅੱਗੇ ਕੂੜਾ ਸੁੱਟ ਜਾਏ, ਕਦੇ ਤੁਹਾਡੀ ਕਾਰ ਦਾ ਸ਼ੀਸ਼ਾ ਭੰਨ ਜਾਏ, ਕਦੇ ਤੁਹਾਡੇ ਨਿਆਣਿਆਂ ਨੂੰ ਤੰਗ ਕਰੇ ਜਾਂ ਤੁਹਾਨੂੰ ਪਰੇਸ਼ਾਨ ਕਰੇ, ਤਾਂ ਇਹ ਸਿੱਧਾ ਜਿਹਾ ਨਿਯਮ ਹੈ ਕਿ ਉਹ ਬੇਪੱਤੀ ਕਰਾਏਗਾ, ਉਹਨੂੰ ਇੱਜ਼ਤ ਮਾਨ ਨਹੀਂ ਮਿਲੇਗਾ। ਨਾਏ ਮੰਨਿਆ, ਹੁਕਮ ਨੂੰ ਮੰਨਣ ਕਰਕੇ ਇੱਜ਼ਤ ਪਾਈਦੀ ਹੈ, ਔਰ ਹੁਕਮ ਦੇ ਅੰਦਰ ਜੀਵਨ ਜੀਵਿਆਂ ਪ੍ਰਭੂ ਸਾਡੇ ਹਿਰਦੇ ਵਿੱਚ ਆਵਸਥਾ ਹੈ, ਸਾਡੇ ਅੰਦਰ ਰੱਬੀ ਗੁਣ ਟਿਕ ਜਾਂਦੇ। ਨਾਏ ਮੰਨਿਆ ਭਵਜਲ ਲੰਘੀਐ, ਫਿਰ ਬਿਘਨ ਨਾ ਹੋਈ। ਨਾਏ ਮੰਨਿਆ ਦਾ ਮਤਲਬ ਰੱਬੀ ਹੁਕਮ ਨੂੰ ਮੰਨਣ ਨਾਲ, ਰੱਬੀ ਹੁਕਮ ਵਿੱਚ ਜ਼ਿੰਦਗੀ ਗੁਜ਼ਾਰਿਆਂ। ਭਵਜਲ ਲੰਘੀਏ ਦਾ ਮਤਲਬ ਭਵਜਲ ਨੂੰ, ਸੰਸਾਰ ਸਮੁੰਦਰ ਨੂੰ ਤਰ ਜਾਈਦਾ। ਭਵਜਲ ਦਾ ਮਤਲਬ ਜੋ ਦੁੱਖਾਂ ਦੀਆਂ, ਵਿਕਾਰਾਂ ਦੀਆਂ, ਅਗਿਆਨਤਾ ਦੀਆਂ ਘੁੰਮਣ ਘੇਰੀਆਂ ਨੇ। ਹੁਣ ਕਿੰਨੀਆਂ ਸਾਰੀਆਂ ਘੁੰਮਣ ਘੇਰੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੀ ਸੁਰਤ ਫਸੀ ਪਈ ਹੈ। ਕਾਮ ਹੈ, ਕ੍ਰੋਧ ਹੈ, ਲੋਭ ਮੋਹ ਹੈ, ਹੰਕਾਰ ਹੈ, ਚੁਗਲੀ ਹੈ, ਨਿੰਦਾ ਹੈ, ਈਰਖਾ ਹੈ, ਪਰੇਸ਼ਾਨੀਆਂ ਨੇ। ਇਹਨਾਂ ਦੇ ਵਿੱਚ ਵਿਕਾਰਾਂ ਵਿੱਚ ਫਸੀ ਪਈ ਹੈ ਨਾ ਸਾਡੀ ਸੁਰਤ, ਸਾਡਾ ਜੀਵਨ, ਸਾਡੀ ਸੋਚ ਤਾਂ ਵਿਕਾਰਾਂ ਵਿੱਚ ਫਸੀ ਪਈ ਹੈ ਕਿਉਂਕਿ ਅਸੀਂ ਨਿਯਮਾਂ ਨੂੰ ਫੋਲੋ ਨਹੀਂ ਕਰ ਰਹੇ। ਜੇ ਸਹੀ ਅਸੂਲਾਂ ਮੁਤਾਬਕ ਜ਼ਿੰਦਗੀ ਜੀਵੀ ਜਾਏ, ਰੱਬੀ ਰਜ਼ਾ ਵਿੱਚ ਤੁਰਿਆ ਜਾਏ, ਤਾਂ ਫਿਰ ਬੰਦਾ ਇਹਨਾਂ ਵਿਕਾਰਾਂ ਦੇ ਵਿੱਚੋਂ ਪਾਰ ਹੋ ਸਕਦਾ ਹੈ।
ਇਹਨਾਂ ਵਿਕਾਰਾਂ ਤੋਂ ਬਚਣ ਲਈ ਨਿਯਮ ਕੀ ਹੈ ਜੀ, ਹੁਕਮ ਕੀ ਹੈ? ਹੁਕਮ ਇਹ ਹੈ ਜੇ ਝੂਠ ਤੋਂ ਬਚਣਾ ਚਾਹੁੰਦੇ ਹੋ ਤੇ ਸੱਚ ਬੋਲੋ, ਹੋਰ ਕੋਈ ਹੁਕਮ, ਹੋਰ ਕੋਈ ਨਿਯਮ ਨਹੀਂ ਹੈ। ਸਿੱਧਾ ਜਿਹਾ ਸਿੰਪਲ ਗੱਲ। ਝੂਠ ਤੋਂ ਬਚਣਾ ਚਾਹੁੰਦੇ ਹੋ, ਸੱਚ ਬੋਲੋ। ਜੇ ਈਰਖਾ ਤੋਂ ਬਚਣਾ ਚਾਹੁੰਦੇ ਹੋ ਤੇ ਪ੍ਰੇਮ ਕਰੋ। ਜੇ ਕਠੋਰਤਾ ਤੋਂ ਬਚਣਾ ਚਾਹੁੰਦੇ ਹੋ, ਆਪਣੇ ਅੰਦਰ ਦਇਆ ਪੈਦਾ ਕਰੋ, ਸਹਿਨਸ਼ੀਲਤਾ ਪੈਦਾ ਕਰੋ। ਜੇ ਕੁੜੱਤਣ ਤੋਂ ਬਚਣਾ ਚਾਹੁੰਦੇ ਹੋ ਤੇ ਆਪਣੀ ਬੋਲ ਬਾਣੀ ਵਿੱਚ ਮਿਠਾਸ ਪੈਦਾ ਕਰੋ। ਇਹੀ ਹੈ ਨਾ ਨੇਮ ਹੈ ਨਾ, ਇਹਨੂੰ ਕਹਿੰਦੇ ਨੇ ਹੁਕਮ ਨੂੰ ਮੰਨਣਾ, ਰਜ਼ਾ ਨੂੰ ਫੋਲੋ ਕਰਨਾ। ਨਾਏ ਮੰਨੇ ਭਵਜਲ ਲੰਘੀਏ, ਜੇ ਰੱਬੀ ਰਜ਼ਾ ਦੇ ਅੰਦਰ ਤੁਰਿਆ ਜਾਏ ਤਾਂ ਐਸ ਭਵਸਾਗਰ ਤੋਂ, ਵਿਕਾਰਾਂ ਤੋਂ ਬਚ ਜਾਈਦਾ। ਫਿਰ ਬਿਘਨ ਨਾ ਹੋਈ, ਜੇ ਰਜ਼ਾ ਦੇ ਅੰਦਰ ਤੁਰਿਆ ਜਾਏ ਫਿਰ ਆਤਮਿਕ ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਆਉਂਦਾ, ਫਿਰ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ। ਕਿਉਂਕਿ ਜਦੋਂ ਅਸੀਂ ਸਿਸਟਮ ਨੂੰ ਫੋਲੋ ਕਰ ਰਹੇ ਹਾਂ ਤਾਂ ਫਿਰ ਵਿਘਨ ਪੂਰਾ ਹੋਏਗਾ ਨਹੀਂ, ਕੋਈ ਪਰੇਸ਼ਾਨੀ ਨਹੀਂ ਹੋਏਗੀ। ਜਦੋਂ ਅਸੀਂ ਆਤਮਿਕ ਜੀਵਨ ਵਾਲੀ ਰਿਕੁਆਇਰਮੈਂਟ ਪੂਰੀ ਕਰ ਰਹੇ ਹਾਂ, ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀਆਂ, ਤਾਂ ਆਤਮਿਕ ਜੀਵਨ ਦੇ ਅੰਦਰ ਕੋਈ ਰੁਕਾਵਟ ਨਹੀਂ ਆਏਗੀ, ਫਿਰ ਕੋਈ ਵਿਘਨ ਨਹੀਂ ਆਏਗਾ। ਵਿਘਨ ਉਦੋਂ ਆਉਣਗੇ ਜਦੋਂ ਰਜਾ ਭਾਣੇ ਤੋਂ ਉਲਟ ਚੱਲੋਗੇ। ਹੁਣ ਇੱਕ ਦਰਿਆ ਹੈ, ਜੇ ਤੁਸੀਂ ਪੁਲ ਦੇ ਉੱਤੋਂ ਲੰਘਦੇ ਹੋ ਤਾਂ ਪੁਲ ਦੇ ਉੱਤੋਂ ਲੰਘਣ ਲੱਗਿਆ ਕੋਈ ਵਿਘਨ ਨਹੀਂ ਹੈ, ਪੁਲ ਹੈ, ਸਾਰੇ ਲੰਘ ਰਹੇ ਨੇ, ਤੁਸੀਂ ਵੀ ਲੰਘ ਜਾਓ। ਹੁਣ ਵਿਘਨ ਕਦੋਂ ਆਏਗਾ? ਵੀ ਪੁਲ ਨੂੰ ਛੱਡ ਕੇ ਦਰਿਆ ਦੇ ਵਿੱਚੋਂ ਪੈਦਲ ਲੰਘਣਾ ਸ਼ੁਰੂ ਕਰੋ ਤੇ ਦਰਿਆ ਹੋਵੇ ਡੂੰਘਾ, ਤਰਨਾ ਆਉਂਦਾ ਨਾ ਹੋਵੇ, ਫਿਰ ਤਾਂ ਡੁੱਬਾਂਗੇ ਨਾ। ਕਿਉਂਕਿ ਅਸੀਂ ਕਿਉਂ ਡੁੱਬ ਗਏ? ਕਿ ਅਸੀਂ ਦਰਿਆ ਦੇ ਉੱਤੇ ਜਿਹੜਾ ਪੁਲ ਬਣਿਆ ਹੋਇਆ ਹੈ, ਜਿਹੜਾ ਨਿਯਮ ਹੈ, ਉੱਥੋਂ ਨਹੀਂ ਲੰਘ ਰਹੇ, ਵਿੱਚ ਅਸੀਂ ਵੜ ਰਹੇ ਹਾਂ ਤੇ ਡੁੱਬਾਂਗੇ। ਅਸੀਂ ਆਪ ਮਤਲਬ ਮੌਤ ਨੂੰ ਮਾਸੀ ਕਹਿ ਰਹੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਹੁਕਮ ਨੂੰ ਮੰਨਦੇ ਹਾਂ ਫਿਰ ਜੀਵਨ ਵਿੱਚ ਵਿਘਨ ਪੈਦਾ ਨਹੀਂ ਹੁੰਦਾ। ਨਾਏ ਮੰਨਿਆ ਪੰਥ ਪ੍ਰਗਟਾ, ਨਾਮੇ ਸਭ ਲੋਈ। ਪੰਥ ਦਾ ਮਤਲਬ ਜ਼ਿੰਦਗੀ ਦਾ ਅਸਲ ਰਾਸਤਾ, ਪ੍ਰਗਟਾ ਦਾ ਮਤਲਬ ਪ੍ਰਤੱਖ, ਲੋਈ ਦਾ ਮਤਲਬ ਚਾਨਣ, ਆਤਮਿਕ ਜੀਵਨ ਦੀ ਸੂਝ। ਨਾਏ ਮੰਨੇ ਦਾ ਮਤਲਬ ਜੇਕਰ ਪ੍ਰਭੂ ਦੀ ਰਜ਼ਾ ਭਾਣੇ ਅਨੁਸਾਰ ਜ਼ਿੰਦਗੀ ਜੀਵੀ ਜਾਏ। ਨਾਏ ਦਾ ਮਤਲਬ ਨਾਮ ਯਾਨੀ ਹੁਕਮ, ਮੰਨੇ ਦਾ ਮਤਲਬ ਮੰਨਣ ਨਾਲ। ਜੇਕਰ ਪ੍ਰਭੂ ਦੇ ਹੁਕਮ ਅੰਦਰ ਤੁਰਿਆ ਜਾਏ ਤਾਂ ਜੀਵਨ ਦਾ ਰਾਸਤਾ ਪ੍ਰਤੱਖ ਸਾਫ਼ ਦਿਸਣ ਲੱਗ ਜਾਂਦਾ ਹੈ। ਪੰਥ ਪ੍ਰਗਟਾ ਦਾ ਮਤਲਬ ਸਾਫ਼ ਰਾਸਤਾ, ਜਿਹਦੇ ਵਿੱਚ ਕੋਈ ਹਨੇਰਾ ਨਹੀਂ, ਜਿਹਦੇ ਵਿੱਚ ਕੋਈ ਭੁਲੇਖਾ ਨਹੀਂ, ਜਿੱਥੇ ਕੋਈ ਕਨਫਿਊਜ਼ਨ ਨਹੀਂ ਹੈ। ਹੁਣ ਤੁਸੀਂ ਰਾਸਤੇ ਤੇ ਚਲੇ ਜਾ ਰਹੇ ਹੋ, ਅੱਗੇ ਰਾਸਤੇ ਦੋ ਹੋ ਗਏ, ਅੱਗੇ ਜਾ ਕੇ ਇੱਕ ਚੌਕ ਆ ਗਿਆ, ਤਾਂ ਬੰਦੇ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਮੈਂ ਕਿੱਧਰ ਜਾਣਾ ਹੈ। ਪਰ ਜੇ ਰਾਸਤਾ ਹੀ ਇੱਕ ਸਾਫ਼ ਹੈ, ਉੱਥੇ ਕੋਈ ਕਨਫਿਊਜ਼ਨ ਹੈ ਹੀ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਮਨੁੱਖ ਰੱਬੀ ਰਜ਼ਾ ਨੂੰ ਫੋਲੋ ਕਰਦਾ ਹੈ ਤਾਂ ਉਹਦੇ ਆਤਮਿਕ ਜੀਵਨ ਦਾ ਰਾਸਤਾ ਬਿਲਕੁਲ ਸਪਸ਼ਟ ਹੋ ਜਾਂਦਾ ਹੈ। ਉਹਨੂੰ ਜੀਵਨ ਦੀ ਅਸਲੀਅਤ ਦਿਸਦੀ ਹੈ, ਜੀਵਨ ਦਾ ਅਸਲ ਮਾਰਗ ਦਿਸਦਾ ਹੈ, ਜੀਵਨ ਦਾ ਅਸਲ ਮਨੋਰਥ ਉਹਦੀ ਸਮਝ ਵਿੱਚ ਪੈ ਜਾਂਦਾ ਹੈ। ਨਾਮੇ ਸਭ ਲੋਈ, ਲੋਈ ਦਾ ਮਤਲਬ ਚਾਨਣ। ਰੱਬੀ ਰਜ਼ਾ ਦੇ ਵਿੱਚ ਤੁਰਿਆ ਆਤਮਿਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਆਤਮਿਕ ਜੀਵਨ ਦੀ ਸੂਝ ਪੈਦਾ ਹੁੰਦੀ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਕਮ ਦੀ ਸਮਝ ਕਿੱਥੋਂ ਆਵੇ? ਬਾਕੀ ਚੀਜ਼ਾਂ ਤਾਂ ਅਸੀਂ ਸਮਝ ਗਏ ਕਿ ਹੁਕਮ ਅਨੁਸਾਰ ਜ਼ਿੰਦਗੀ ਜੀਣ ਦੇ ਨਾਲ ਸਾਡੇ ਜੀਵਨ ਵਿੱਚ ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਆਏਗੀ। ਹਰ ਚੀਜ਼ ਦੀ ਰਿਕੁਆਇਰਮੈਂਟ ਹੈ ਕਿ ਉਹ ਰਿਕੁਆਇਰਮੈਂਟ ਪੂਰੀ ਕਰਨ ਦੇ ਨਾਲ ਸਾਨੂੰ ਉਹ ਚੀਜ਼ ਮਿਲ ਜਾਏਗੀ। ਪਰ ਹੁਣ ਇਹ ਕਿਵੇਂ ਪਤਾ ਲੱਗੇ ਕਿ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਕਿਹੜੀ ਹੈ? ਹੁਕਮ ਕੀ ਹੈ? ਹੁਕਮ ਕੀ ਹੈ, ਇਹਦਾ ਪਤਾ ਕਿਵੇਂ ਲੱਗੇ? ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ, ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ, ਜਿਨ ਦੇਵੈ ਸੋਈ। ਸਤਿਗੁਰ ਮਿਲਿਆ ਦਾ ਮਤਲਬ ਜੇ ਗੁਰੂ ਮਿਲ ਪਏ। ਨਾਉ ਮੰਨੀਐ, ਨਾਉ ਮੰਨੀਏ ਦਾ ਮਤਲਬ ਫਿਰ ਰੱਬੀ ਹੁਕਮ ਨੂੰ ਮੰਨ ਲਈਦਾ। ਇੱਥੇ ਹੁਣ ਨੰਨੇ ਨਾਲ ਸਿਹਾਰੀ ਨਹੀਂ ਹੈ, ਇੱਥੇ ਬਿਹਾਰੀ ਹੈ। ਮੰਨੀਏ ਦਾ ਮਤਲਬ ਮੰਨ ਲਈਦਾ, ਸਮਝ ਆ ਜਾਂਦੀ ਹੈ। ਜਿਨ ਦੇਵੇ ਸੋਈ, ਜਿਨ੍ਹਾਂ ਦੇ ਉੱਤੇ ਪ੍ਰਭੂ ਆਪ ਰਹਿਮਤ ਕਰਦਾ ਹੈ, ਉਹਨਾਂ ਨੂੰ ਇਦਾਤ ਮਿਲ ਜਾਂਦੀ ਹੈ, ਉਹਨਾਂ ਨੂੰ ਗੁਰੂ ਦੇ ਨਾਲ ਮਿਲਾ ਦਿੰਦਾ ਹੈ। ਹੇ ਨਾਨਕ, ਜੇ ਸਤਿਗੁਰ ਮਿਲੇ ਤਾਂ ਸਾਡੇ ਜੀਵਨ ਦੇ ਅੰਦਰ ਰੱਬੀ ਰਜ਼ਾ ਵਿੱਚ ਤੁਰਨ ਦਾ ਚਾਅ ਪੈਦਾ ਹੁੰਦਾ ਹੈ, ਰੱਬੀ ਹੁਕਮ ਦੀ ਸਮਝ ਪੈਦਾ ਹੁੰਦੀ ਹੈ, ਤੇ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਪ੍ਰਭੂ ਆਪ ਦਿੰਦਾ ਹੈ, ਜੋ ਪ੍ਰਭੂ ਦੀ ਰਹਿਮਤ ਦਾ ਪਾਤਰ ਬਣਦੇ ਨੇ।
ਯਾਨੀ ਜੇ ਰੱਬੀ ਰਜ਼ਾ ਦੇ ਪਾਤਰ ਬਣ ਕੇ ਗੁਰੂ ਦੇ ਨਾਲ ਸਾਡਾ ਮਿਲਾਪ ਹੋ ਜਾਏ ਤਾਂ ਸਾਨੂੰ ਹੁਕਮ ਦੀ ਸਮਝ ਪੈ ਜਾਂਦੀ ਹੈ ਔਰ ਅਸੀਂ ਹੁਕਮ ਨੂੰ ਮੰਨ ਸਕਦੇ ਹਾਂ। ਤਾਂ ਬਿਲਕੁਲ ਸੌਖੀ ਸ਼ਬਦਾਵਲੀ ਦੇ ਅੰਦਰ ਸਾਰੀ ਪੰਕਤੀ ਦਾ ਭਾਵ ਅਰਥ ਇਹ ਹੋਏਗਾ ਕਿ ਜੇ ਅਸੀਂ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲੀਏ ਤਾਂ ਸਾਨੂੰ ਹੁਕਮ ਦੀ ਸਮਝ ਪੈ ਜਾਂਦੀ ਹੈ ਔਰ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਰੱਬੀ ਰਜ਼ਾ ਨੂੰ ਫੋਲੋ ਕਰਕੇ ਅਸੀਂ ਆਤਮਿਕ ਜੀਵਨ ਮਾਣ ਸਕਦੇ ਹਾਂ। ਇਸ ਲਈ ਹਰ ਸਿੱਖ ਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਆਪ ਪੜ੍ਹਨੀ ਚਾਹੀਦੀ ਹੈ, ਅਰਥ ਭਾਵ ਵਿਚਾਰਨੇ ਚਾਹੀਦੇ ਨੇ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਸ਼ਲੋਕ ਮਹਿਲਾ ਪਹਿਲਾ। ਪੁਰੀਆਂ ਖੰਡਾਂ ਸਿਰ ਕਰੇ ਇੱਕ ਪੈਰ ਧਿਆਏ। ਸਿਰ, ਸਿਰ ਦਾ ਮਤਲਬ ਸਿਰ ਪਰਨੇ ਹੋ ਕੇ, ਮਤਲਬ ਸ਼ੀਰ ਸਾਸਨ ਕਰੇ, ਲੱਤਾਂ ਉੱਤੇ ਨੂੰ ਪੈਰ ਥੱਲੇ ਨੂੰ। ਇੱਕ ਪੈਰ ਧਿਆਏ ਦਾ ਮਤਲਬ ਇੱਕ ਪੈਰ ਤੇ ਖਲੋ ਕੇ ਧਿਆਨ ਧਰੇ, ਸਮਾਧੀ ਲਾਏ ਔਰ ਇੱਕ ਪੈਰ ਤੇ ਖਲੋਤਾ ਰਹੇ। ਗੁਰੂ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਸਿਰ ਪਰਨੇ ਹੋ ਕੇ ਸਾਰੀਆਂ ਧਰਤੀਆਂ ਫਿਰ ਲੈ, ਪੁਰੀਆਂ ਖੰਡਾਂ ਮਤਲਬ ਸਾਰੀਆਂ ਧਰਤੀਆਂ ਸਿਰ ਪਰਨੇ ਹੋ ਕੇ ਫਿਰ ਲੈ, ਇੱਕ ਪੈਰ ਦੇ ਉੱਤੇ ਖਲੋ ਕੇ ਧਿਆਨ ਧਰੇ, ਸਮਾਧੀਆਂ ਲਾਏ, ਇੱਕ ਪੈਰ ਤੇ ਖਲੋ ਕੇ ਸਮਾਧੀ ਲਾਏ। ਪੌਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੇ ਦੇ। ਪੌਣ ਮਾਰ ਦਾ ਮਤਲਬ ਪੌਣ ਨੂੰ ਰੋਲ ਕੇ, ਪ੍ਰਾਣਾਯਾਮ ਕਰਕੇ। ਮਨ ਦਾ ਮਤਲਬ ਮਨ ਵਿੱਚ, ਮੁੰਡੀ ਦਾ ਮਤਲਬ ਧੌਣ, ਤਲੇ ਦਾ ਮਤਲਬ ਹੇਠਾਂ। ਪੌਣ ਮਾਰ ਮਨ ਜਪ ਕਰੇ ਦਾ ਮਤਲਬ ਜੇ ਪ੍ਰਾਣ ਰੋਕ ਕੇ ਪ੍ਰਾਣਾਯਾਮ ਕਰਕੇ, ਜਪ ਕਰੇ ਦਾ ਮਤਲਬ ਜੇ ਜਪੀ ਜਾਏ ਕਿਸੇ ਇੱਕ ਸ਼ਬਦ ਨੂੰ, ਇੱਕ ਮੰਤਰ ਨੂੰ ਜਪ ਜਪੀ ਜਾਏ। ਸਿਰ ਮੁੰਡੀ ਤਲੇ ਦੇ ਦਾ ਮਤਲਬ ਸ਼ੀਰ ਸਾਸਨ ਕਰੇ, ਸਿਰ ਭਾਰ ਖਲੋ ਕੇ ਲੱਤਾਂ ਉੱਤੇ ਨੂੰ ਕਰ ਲੈ, ਸਿਰ ਥੱਲੇ ਨੂੰ, ਤੇ ਸ਼ੀਰ ਸਾਸਨ ਕਰਕੇ ਜਪ ਜਪੇ, ਮੰਤਰ ਜਪੇ, ਕੋਈ ਵੀ ਜਿਹਨੂੰ ਅਸੀਂ ਨਾਮ ਜਪਣਾ ਕਹਿੰਦੇ ਆ, ਜਪੇ। ਯਾਨੀ ਜੇ ਪ੍ਰਾਣ ਰੋਕ ਕੇ ਮਨ ਵਿੱਚ ਜਪ ਕਰੇ, ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ, ਭਾਵ ਸ਼ੀਰਸ਼ ਆਸਨ ਕਰਕੇ ਸਿਰ ਭਾਰ ਖੜਾ ਰਹੇ, ਐਨੀ ਖੇਚਲ ਕਰੇ। ਗੁਰੂ ਜੀ ਕਹਿੰਦੇ ਨੇ ਕਿਸ ਉੱਪਰ ਉਹ ਟਿਕ ਟਿਕੈ, ਕਿਸ ਨੂੰ ਜ਼ੋਰ ਕਰੇ। ਟਿਕ ਟਿਕੈ ਦਾ ਮਤਲਬ ਟੇਕ ਟਿਕਦਾ ਹੈ, ਟੇਕ ਬਣਾਉਂਦਾ ਹੈ। ਜ਼ੋਰ ਦਾ ਮਤਲਬ ਤਾਣ। ਕਿਸ ਉੱਤੇ ਉਹ ਟੇਕ ਰੱਖਦਾ ਹੈ, ਤਾਂ ਵੀ ਇਹਨਾਂ ਵਿੱਚੋਂ ਕਿਸ ਸਾਧਨ ਉੱਤੇ ਉਹ ਟੇਕ ਰੱਖਦਾ ਹੈ, ਕਿਸ ਉਦਮ ਨੂੰ ਉਹ ਆਪਣਾ ਤਾਣ ਬਣਾਉਂਦਾ ਹੈ। ਯਾਨੀ ਇਹ ਹਰੇਕ ਟੇਕ ਤੁੱਛ ਹੈ, ਇਹਨਾਂ ਦਾ ਆਸਰਾ ਕਮਜ਼ੋਰ ਹੈ। ਇਹ ਕੰਮ ਕਰਨ ਦੇ ਨਾਲ ਕੁਝ ਵੀ ਜ਼ਿੰਦਗੀ 'ਚ ਨਹੀਂ ਮਿਲਦਾ, ਇਹਨਾਂ ਕਰਮਾਂ ਦੇ ਨਾਲ ਕੁਝ ਵੀ ਨਹੀਂ ਮਿਲਦਾ। ਦੇਖੋ ਕਿੰਨੇ ਔਖੇ ਸਾਧਨ ਨੇ। ਫਿਰ ਦੁਬਾਰਾ ਸੁਣ ਲਓ। ਪੁਰੀਆਂ ਖੰਡਾਂ ਸਿਰ ਕਰੇ, ਕਿ ਸਿਰ ਭਾਰ ਹੋ ਕੇ ਪੈਰਾਂ ਨਾਲ ਤੁਰਨ ਦੀ ਬਜਾਏ ਸਿਰ ਭਾਰ ਹੋ ਕੇ ਸਾਰੀਆਂ ਧਰਤੀਆਂ ਦਾ ਚੱਕਰ ਲਾ ਲੈ। ਇੱਕ ਪੈਰ ਦੇ ਉੱਤੇ ਖਲੋਤਾ ਰਹੇ ਲਗਾਤਾਰ ਤੇ ਅੱਖਾਂ ਬੰਦ ਕਰਕੇ ਇੱਕ ਪੈਰ ਤੇ ਖਲੋ ਕੇ ਸਮਾਧੀ ਲਾਈ ਰੱਖੇ। ਪ੍ਰਾਣਾਯਾਮ ਕਰੇ, ਦਸਮ ਦੁਆਰ ਵਿੱਚ ਪ੍ਰਾਣ ਚੜਾਣੇ, ਤੇ ਪ੍ਰਾਣਾਯਾਮ ਕਰਦਾ ਹੋਇਆ ਪ੍ਰਾਣਾਂ ਨੂੰ ਰੋਕ ਕੇ ਸਵਾਸਾਂ ਨੂੰ ਤੇ ਜਪ ਜਪਦਾ ਰਹੇ, ਜਪ ਜਪਦਾ ਰਹੇ ਪ੍ਰਾਣ ਰੋਕ ਕੇ। ਸਿਰ ਮੁੰਡੀ ਤਲੇ ਦੇ, ਤੇ ਸਿਰ ਨੂੰ ਥੱਲੇ ਧੌਣ ਥੱਲੇ ਦਵੇ, ਯਾਨੀ ਸ਼ੀਰ ਸਾਸਨ ਕਰੇ। ਤਾਂ ਗੁਰੂ ਜੀ ਕਹਿੰਦੇ ਨੇ ਕਿਸ ਉੱਪਰ ਉਹ ਟਿਕ ਟਿਕੈ, ਤਾਂ ਵੀ ਇਹਨਾਂ ਚੋਂ ਕਿਸ ਸਾਧਨ ਦੇ ਉੱਤੇ ਉਹ ਟੇਕ ਰੱਖਦਾ ਹੈ, ਕਿਸ ਉਦਮ ਨੂੰ ਉਹ ਆਪਣਾ ਤਾਣ ਬਣਾਉਂਦਾ ਹੈ, ਕਿ ਇਹਨਾਂ ਚੋਂ ਕਿਹੜੇ ਕੰਮ ਕਰਨ ਦੇ ਨਾਲ ਆਤਮਿਕ ਜੀਵਨ ਮਿਲ ਜਾਏਗਾ, ਇਹਨਾਂ ਚੋਂ ਕਿਹੜੇ ਕਰਮ ਕਰਨ ਦੇ ਨਾਲ ਸਾਡੇ ਅੰਦਰ ਸੱਚਾਈ ਦਾ ਰੱਬ ਪ੍ਰਗਟ ਹੋ ਜਾਏਗਾ। ਇਹ ਕੰਮ ਕਰਨ ਦੇ ਨਾਲ ਕੀ ਸੋਚ ਬਦਲ ਸਕਦੀ ਹੈ, ਕੀ ਸੋਚ ਬਦਲ ਸਕਦੀ ਹੈ। ਇਹ ਕੰਮ ਕਰਨ ਦੇ ਨਾਲ ਕੀ ਇਨਸਾਨੀਅਤ ਪੈਦਾ ਹੋ ਸਕਦੀ ਹੈ। ਐਸੇ ਜੇ ਸਾਰੇ ਕੰਮ ਲੋਕ ਕਰਨ ਲੱਗ ਜਾਣ, ਸ਼ੀਰ ਸਾਸਨ ਕਰੀ ਜਾਣ, ਸਿਰ ਪਰਨੇ ਹੋ ਕੇ ਧਰਤੀ ਤੇ ਫਿਰੀ ਜਾਣ, ਇੱਕ ਇੱਕ ਪੈਰ ਤੇ ਖਲੋ ਜਾਣ, ਤਾਂ ਕੀ ਇਹ ਸਮਾਜ ਚੱਲ ਜਾਏਗਾ, ਰੋਟੀ ਖਾਣ ਨੂੰ ਮਿਲ ਜਾਏਗੀ ਜੇ ਸਾਰੇ ਹੀ ਕੰਮ ਕਰਨ ਲੱਗ ਜਾਣ। ਕੀ ਐਸੇ ਕੰਮ ਕਰਨ ਦੇ ਨਾਲ ਰੱਬ ਮਿਲ ਜਾਏਗਾ। ਜੇ ਤੇ ਪੁੱਠੇ ਲਟਕਿਆਂ ਰੱਬ ਮਿਲੇ ਤਾਂ ਚਮਗਿੱਦੜਾਂ ਨੂੰ ਮਿਲ ਜਾਣਾ ਚਾਹੀਦਾ, ਜੇ ਪਾਣੀ ਵਿੱਚ ਮਿਲੇ ਤੇ ਡੱਡੀਆਂ ਮੱਛੀਆਂ ਨੂੰ ਮਿਲ ਜਾਣਾ ਚਾਹੀਦਾ, ਜੇ ਨੰਗੇ ਫਿਰਨ ਨਾਲ ਮਿਲੇ ਤਾਂ ਬਿਰਕ ਬਨਕਾ ਮਿਰਗ ਨਗਨ ਸਭ, ਸਾਰੇ ਨੰਗੇ ਹੀ ਫਿਰਦੇ ਨੇ ਨਾ। ਨਗਨ ਫਿਰਤ ਜੋ ਪਾਈਏ ਜੋਗ, ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ। ਤਾਂ ਇਹ ਸਾਰੇ ਆਸਰੇ ਬੇਕਾਰ ਨੇ, ਇਹ ਸਾਰੇ ਕਰਮਕਾਂਡ ਨਿਰਰਥਕ ਨੇ।
ਕਿਸ ਨੂੰ ਕਹੀਏ ਨਾਨਕਾ, ਕਿਸ ਨੂੰ ਕਰਤਾ ਦੇ। ਹੁਣ ਗੁਰੂ ਜੀ ਕਹਿੰਦੇ ਨੇ ਵੀ ਇਹ ਗੱਲ ਕਿਹਨੂੰ ਕਹੀਏ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਕਰਤਾਰ ਕਿਹਨੂੰ ਮਾਣ ਬਖਸ਼ੇਗਾ, ਇਹਨਾਂ ਸਾਰਿਆਂ ਦੇ ਵਿੱਚੋਂ ਕਿਹਨੂੰ ਵਡਿਆਈ ਮਿਲੇਗੀ, ਕੌਣ ਚੰਗਾ ਹੈ ਇਸ ਦੁਨੀਆ ਵਿੱਚ, ਕਿਹਨੂੰ ਕਹੀਏ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਹਨੂੰ ਤਰੁੱਠ ਕੇ ਦਾਤ ਮਿਲੇਗੀ, ਕਿਹਨੂੰ ਮਿਲੇਗੀ, ਕੌਣ ਚੰਗਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਹੁਕਮ ਰਹਾਏ ਆਪਣੇ, ਮੂਰਖ ਆਪ ਗਣੇ। ਰਹਾਏ ਦਾ ਮਤਲਬ ਰੱਖਦਾ ਹੈ, ਆਪ ਦਾ ਮਤਲਬ ਆਪਣੇ ਆਪ ਨੂੰ, ਹੁਕਮ ਆਪਣੇ ਦਾ ਮਤਲਬ ਆਪਣੇ ਹੁਕਮ ਵਿੱਚ, ਗਣੇ ਦਾ ਮਤਲਬ ਸਮਝ ਲੈਂਦਾ ਹੈ। ਹੁਕਮ ਰਹਾਏ ਆਪਣੇ, ਗੁਰੂ ਜੀ ਕਹਿੰਦੇ ਨੇ ਆਪਣੇ ਹੁਕਮ ਦੇ ਅੰਦਰ ਪ੍ਰਭੂ ਸਾਰਿਆਂ ਨੂੰ ਤੋਰਦਾ ਹੈ। ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਯੂਨੀਵਰਸ ਤੱਕ, ਅਨੰਤ ਆਕਾਸ਼ ਗੰਗਾਵਾਂ ਤੱਕ, ਜੀਵ ਜੰਤ ਜੋ ਵੀ ਹੈ ਰੱਬੀ ਹੁਕਮ ਦੇ ਵਿੱਚ ਹੈ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ। ਇਸ ਸਿਸਟਮ ਦੇ ਅੰਦਰ ਹਰ ਚੀਜ਼। ਮੂਰਖ ਆਪ ਗਣੇ, ਪਰ ਮੂਰਖ ਬੰਦਾ ਆਪਣੇ ਆਪ ਨੂੰ ਵੱਡਾ ਸਮਝੀ ਜਾਂਦਾ ਹੈ, ਆਪਣੀ ਗਿਣਤੀ ਮਿੰਤੀ ਕਰਦਾ ਹੈ, ਆਪਣਾ ਆਪ ਜਤਾਉਂਦਾ ਹੈ ਕਿ ਮੈਂ ਤੇ ਤੀਰਥਾਂ ਤੇ ਨਹਾਉਣਾ, ਮੈਂ ਤੇ ਅੱਧਾ ਘੰਟਾ ਸ਼ੀਰਸ਼ ਆਸਨ ਕਰਕੇ ਭਗਤੀ ਕਰਨਾ, ਮੈਂ ਤਾਂ ਇੱਕ ਲੱਤ ਤੇ ਖਲੋਤਾ ਤਾਂ ਮੈਂ ਰੱਬ ਨੂੰ ਥੱਲੇ ਲਾ ਲਾਂਗਾ। ਮੂਰਖ ਆਪਣੇ ਇਹਨਾਂ ਸਾਧਨਾਂ ਦੇ ਉੱਤੇ ਮਾਣ ਕਰਦਾ ਹੈ। ਇਹਨਾਂ ਦੇ ਵਿੱਚੋਂ ਕੋਈ ਇੱਕ ਵੀ ਸਾਧਨ ਐਸਾ ਹੈ ਜੋ ਰੱਬੀ ਰਜ਼ਾ ਤੋਂ ਉਲਟ ਕੁਛ ਕਰ ਸਕੇ। ਕਿਸੇ ਸਾਧਨ ਦੇ ਨਾਲ ਕੀ ਕੁਦਰਤ ਦੇ ਨਿਯਮਾਂ ਨੂੰ ਬਦਲਿਆ ਜਾ ਸਕਦਾ ਹੈ? ਨਹੀਂ। ਤਾਂ ਇਹਦਾ ਮਤਲਬ ਸਭ ਤੋਂ ਉੱਤਮ ਕਰਮ ਕਿਹੜਾ ਹੈ? ਜੋ ਰੱਬੀ ਰਜ਼ਾ ਵਿੱਚ ਫੋਲੋ, ਰੱਬੀ ਰਜ਼ਾ ਵਿੱਚ ਰਹਿੰਦਾ ਹੈ, ਉਹਨੂੰ ਮਾਣ ਬਖਸ਼ਦਾ ਰੱਬ, ਉਹਨੂੰ ਸਫਲਤਾ ਮਿਲਦੀ ਹੈ। ਰੱਬ ਦੀ ਭਗਤੀ ਹੈ ਰੱਬੀ ਰਜ਼ਾ ਵਿੱਚ ਰਹਿਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬੀ ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੀ ਮਾਣ ਪਾਣ ਦਾ ਇੱਕੋ ਇੱਕ ਸਾਧਨ ਹੈ। ਮਹਿਲਾ ਪਹਿਲਾ, ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ। ਹੈ ਦਾ ਮਤਲਬ ਕੀ ਹੈ, ਰੱਬ ਹੈ, ਰੱਬ ਦੀ ਹੋਂਦ ਹੈ। ਆਖਾਂ ਦਾ ਮਤਲਬ ਮੈਂ ਕਹਾਂ, ਕੋਟ ਦਾ ਮਤਲਬ ਕਰੋੜ। ਜੇ ਕੋਟ ਦੇ ਟੈਂਕੇ ਥੱਲੇ ਹੋਵੇ ਨਾ ਔਂਕੜ ਲੱਗਾ, ਤਾਂ ਉਹਦਾ ਮਤਲਬ ਹੁੰਦਾ ਹੈ ਇੱਕ ਕਿਲਾ, ਇੱਕ ਕਿਲਾ। ਜੇ ਕੋਟ ਦਾ ਟੈਂਕਾ ਮੁਕਤਾ ਹੋਵੇ, ਉਹਦਾ ਮੀਨਿੰਗ ਬਣ ਜਾਂਦਾ ਬਹੁਤੇ ਕਿਲੇ। ਤੇ ਜਦੋਂ ਕੋਟ ਦੇ ਟੈਂਕੇ ਨਾਲ ਸਿਹਾਰੀ ਲੱਗੀ ਹੋਵੇ, ਇਹਦਾ ਮੀਨਿੰਗ ਬਣ ਜਾਂਦਾ ਹੈ ਕਰੋੜ। ਇੱਥੇ ਕੋਟ ਕੋਟ ਦਾ ਮਤਲਬ ਕਰੋੜਾਂ ਕਰੋੜਾਂ ਵਾਰ। ਕੋਟੀ ਹੂੰ ਕੋਟ ਦਾ ਮਤਲਬ, ਕੋਟੀ ਹੂੰ ਕੋਟ ਕੋਟ ਦਾ ਮਤਲਬ ਕਰੋੜਾਂ ਵਾਰੀ ਤੋਂ ਵੀ ਕਰੋੜਾਂ ਕਰੋੜਾਂ ਵਾਰ। ਜੇ ਮੈਂ ਕਰੋੜਾਂ ਕਰੋੜਾਂ ਵਾਰ ਆਖਾਂ ਕਿ ਰੱਬ ਸੱਚਮੁੱਚ ਹੈ, ਰੱਬ ਦੀ ਹੋਂਦ ਹੈ, ਜੇ ਮੈਂ ਕਰੋੜਾਂ ਵਾਰੀ ਤੋਂ ਵੀ ਕਰੋੜਾਂ ਕਰੋੜਾਂ ਵਾਰ ਵਧੇਕ ਇਹ ਗੱਲ ਆਖਾਂ ਕਿ ਰੱਬ ਹੈ ਆਖਾਂ ਕੋਟ ਕੋਟ, ਕਰੋੜਾਂ ਕਰੋੜਾਂ ਵਾਰ ਜੇ ਮੈਂ ਗੱਲ ਕਵਾਂ ਕਿ ਰੱਬ ਹੈ, ਰੱਬ ਹੈ, ਰੱਬ ਹੈ, ਰੱਬ ਦੀ ਹੋਂਦ ਹੈ। ਆਖੂੰ ਆਖਾਂ ਸਦਾ ਸਦਾ, ਕਹਿਣ ਨਾ ਆਵੇ ਟੋਟ। ਆਖੂੰ ਦਾ ਮਤਲਬ ਹੁੰਦਾ ਹੈ ਮੂੰਹ ਨਾਲ, ਆਖੂੰ ਦਾ ਮਤਲਬ ਮੂੰਹ ਨਾਲ, ਆਖਾਂ ਦਾ ਮਤਲਬ ਜੇ ਮੈਂ ਆਖਾਂ। ਕਹਿਣ ਨਾ ਆਵੇ ਟੋਟ ਦਾ ਮਤਲਬ ਘਾਟ ਨਾ ਆਵੇ। ਜੇ ਮੈਂ ਇਹ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਸਦਾ ਹੀ ਆਖਦਾ ਰਹਾਂ, ਮੇਰੇ ਕਹਿਣ ਵਿੱਚ ਕਦੇ ਟੋਟ ਨਾ ਆਵੇ, ਮੈਂ ਲਗਾਤਾਰ ਕਹੀ ਜਾਵਾਂ ਵੀ ਰੱਬ ਹੈ, ਰੱਬ ਹੈ, ਰੱਬ ਦੀ ਹੋਂਦ ਹੈ। ਨਾ ਹੋ ਥੱਕਾਂ ਨਾ ਠਾਕੀਆ, ਏਵਡ ਰੱਖੈ ਜੋਤ। ਥੱਕਾਂ ਦਾ ਮਤਲਬ ਥੱਕਣਾ, ਠਾਕੀਆ ਦਾ ਮਤਲਬ ਰੁਕਣਾ, ਤੇ ਇੱਥੇ ਜੋਤ ਦਾ ਮਤਲਬ ਹੈ ਤਾਕਤ, ਸੱਤਿਆ। ਏਵਡ ਜੋਤ ਦਾ ਮਤਲਬ ਇੰਨੀ ਸੱਤਿਆ ਕਿ ਹੇ ਪ੍ਰਭੂ, ਜੇ ਤੂੰ ਮੇਰੇ ਵਿੱਚ ਇੰਨੀ ਸੱਤਿਆ ਪਾ ਦਵੇਂ, ਇੰਨੀ ਤਾਕਤ ਰੱਖ ਦੇ, ਮੇਰੇ ਵਿੱਚ ਇੰਨੀ ਤਾਕਤ ਆ ਜਾਏ ਕਿ ਮੈਂ ਆਖਦਾ ਨਾ ਤੇ ਥੱਕਾਂ, ਤੇ ਨਾ ਮੈਂ ਕਿਸੇ ਦੇ ਰੋਕਿਆਂ ਰੁਕਾਂ। ਠਾਕੀਏ ਦਾ ਮਤਲਬ ਕਿਸੇ ਦੇ ਆਖਿਆ ਰੁਕਾਂ ਵੀ ਨਾ, ਲੋਕ ਕਹਿਣ ਯਾਰ ਬਥੇਰਾ ਹੋ ਗਿਆ, ਹੁਣ ਬਥੇਰਾ ਕਹਿ ਲੈ ਪਿਆ ਹੈ, ਛੱਡ ਭਰਾ ਹੁਣ। ਨਾ ਤੇ ਮੈਂ ਥੱਕਾਂ ਕਹਿ ਕੇ, ਨਾ ਮੈਂ ਕਿਸੇ ਦੇ ਆਖਿਆਂ ਰੁਕਾਂ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਚਸਿਉ ਚੁਖ ਬਿੰਦ, ਉੱਪਰ ਆਖਣ ਦੋਸ਼। ਚਸਿਉ ਦਾ ਮਤਲਬ ਇੱਕ ਚਸਾ,
ਚਸਿਓਂ ਚੁੱਖ ਬਿੰਦ ਦਾ ਮਤਲਬ ਇੱਕ ਚਸੇ ਤੋਂ ਵੀ ਬਹੁਤ ਘੱਟ ਦੇ ਬਰਾਬਰ, ਉੱਪਰ ਦਾ ਮਤਲਬ ਵਧੀਕ, ਦੋਸ਼ ਦਾ ਮਤਲਬ ਭੁੱਲ। ਤਾਂ ਗੁਰੂ ਜੀ ਕਹਿੰਦੇ ਨੇ ਤਾਂ ਵੀ ਹੈ ਨਾਨਕ ਇਹ ਸਾਰਾ ਯਤਨ ਤੇਰੀ ਰਤਾ ਪਰ ਸਿਫਤ ਦੇ ਬਰਾਬਰ ਹੁੰਦਾ, ਰਤਾ ਪਰ ਤਿਲ ਮਾਤਰ। ਜੇ ਮੈਂ ਆਖਾਂ ਕਿ ਇਸ ਤੋਂ ਵਧੇਕ ਮੈਂ ਸਿਫਤ ਕੀਤੀ ਹੈ ਤਾਂ ਇਹ ਭੁੱਲ ਹੈ ਮੇਰੀ। ਯਾਨੀ ਕਹੀ ਜਾਵਾਂ ਕਿ ਰੱਬ ਹੈ ਬੜਾ ਵੱਡਾ ਹੈ, ਕਰੋੜਾਂ ਕਰੋੜਾਂ ਵਾਰ ਕਹਾਂ, ਨਾ ਕਹਿੰਦਾ ਥੱਕਾਂ, ਨਾ ਕਿਸੇ ਦੇ ਰੋਕਿਆ ਰੁਕਾਂ, ਇੰਨੀ ਮੇਰੇ ਅੰਦਰ ਸਮਰੱਥਾ ਆ ਜਾਏ ਤਾਂ ਫਿਰ ਵੀ ਇਹ ਯਤਨ ਇੱਕ ਤਿਲ ਮਾਤਰ ਹੈ, ਤੇਰੀ ਸਿਫਤ ਦਾ ਇੱਕ ਤਿਲ ਮਾਤਰ ਹੈ। ਤੇ ਜੇ ਮੈਂ ਕਹਾਂ ਨਾ ਕਿ ਮੈਂ ਜ਼ਿਆਦਾ ਸਿਫਤ ਕਰ ਲਈ ਤਾਂ ਇੱਕ ਦੋਸ਼ ਹੋਏਗਾ, ਇੱਕ ਭੁੱਲ ਹੋਏਗੀ। ਕਹਿਣ ਦਾ ਮਤਲਬ ਕਿ ਅਸੀਂ ਇਸ ਕਾਇਨਾਤ ਦੇ ਅੰਦਰ ਵਸਦੇ ਪ੍ਰਭੂ ਔਰ ਰੱਬ ਦੀ ਇਸ ਕੁਦਰਤ ਦਾ ਇੱਕ ਤਿਲ ਮਾਤਰ ਵੀ ਨਹੀਂ ਜਾਣ ਸਕਦੇ। ਜੋ ਕੁਝ ਜਾਣਿਆ ਉਹ ਤਿਲ ਮਾਤਰ ਵੀ ਨਹੀਂ ਹੈ, ਯਾਨੀ ਉਹ ਅਨੰਤ ਅਨੰਤ ਹੈ, ਅਨੰਤ ਉਹਦੇ ਗੁਣ ਨੇ। ਤਾਂ ਜਿੱਥੇ ਉਹ ਅਨੰਤ ਅਨੰਤ ਹੈ ਉੱਥੇ ਤੁਹਾਡੀ ਇੱਕ ਲੱਤ ਦੇ ਉੱਤੇ ਕੀਤੀ ਸਮਾਧੀ ਕੀ ਕਰ ਲੇਗੀ, ਕੀ ਸਵਾਰ ਲੇਗੀ? ਉੱਥੇ ਤੁਹਾਡਾ ਸਿਰ ਪਰ ਨੇ ਸ਼ੀਰਸ਼ ਆਸਨ ਕੀ ਕਰ ਲੈਣਗੇ? ਪੌੜੀ ਨਾਏ ਮੰਨਿਆ ਕੁੱਲ ਉਧਰੈ ਸਭ ਕੁਟੰਬ ਸਬਾਇਆ। ਜੇ ਨਾਮ ਮੰਨਿਆ ਜਾਏ, ਰੱਬੀ ਹੁਕਮ ਦੇ ਅੰਦਰ ਤੁਰਿਆ ਜਾਏ, ਕੁੱਲ ਉਧਰੈ ਦਾ ਮਤਲਬ ਹਰ ਕੋਈ ਤਰ ਜਾਂਦਾ ਨਾਮ ਮੰਨਣ ਕਰਕੇ, ਰੱਬੀ ਰਜਾ ਵਿੱਚ ਤੁਰਨ ਕਰਕੇ। ਹੁਣ ਕੁੱਲ ਦਾ ਮਤਲਬ ਇਹ ਨਹੀਂ ਕਿ ਜੇ ਇੱਕ ਬੰਦਾ ਹੁਕਮ ਵਿੱਚ ਤੁਰੇਗਾ ਤੇ ਸਾਰੀ ਕੁੱਲ ਤਰ ਜਾਏਗੀ। ਕੁੱਲ ਦਾ ਮਤਲਬ ਉਹ ਹਰ ਕੋਈ ਜਿਹੜਾ ਵੀ ਹੁਕਮ ਨੂੰ ਮੰਨੇਗਾ, ਜੋ ਰਜਾ ਦੇ ਵਿੱਚ ਤਰੇਗਾ ਉਹ ਤੁਰੇਗਾ। ਜੇ ਪੂਰੀ ਕੁੱਲ ਮੰਨੇਗੀ ਤੇ ਪੂਰੀ ਕੁੱਲ ਤਰ ਜਾਏਗੀ। ਕੁੱਲ ਦਾ ਮਤਲਬ ਹਰ ਕੋਈ, ਪਰ ਤਰੇਗਾ ਕੌਣ? ਨਾਏ ਮੰਨੇ, ਜੋ ਹੁਕਮ ਨੂੰ ਮੰਨੇਗਾ। ਹੁਕਮ ਨੂੰ ਮੰਨਣ ਕਰਕੇ ਹਰ ਕੋਈ ਤਰ ਜਾਂਦਾ ਹੈ। ਸਭ ਕੁਟੰਬ ਸਬਾਇਆ, ਸਬਾਇਆ ਦਾ ਮਤਲਬ ਸਾਰਾ। ਹੁਕਮ ਨੂੰ ਮੰਨਣ ਕਰਕੇ ਸਾਰਾ ਕੁਟੰਬ, ਸਾਰਾ ਪਰਿਵਾਰ ਤਰ ਜਾਂਦਾ ਹੈ। ਹੁਣ ਸਾਡਾ ਪਰਿਵਾਰ ਕਿਹੜਾ ਹੈ? ਗਿਆਨ ਇੰਦਰੇ ਸਾਡਾ ਪਰਿਵਾਰ ਹੈ, ਸਾਰੇ ਤਰ ਜਾਂਦੇ। ਤੇ ਜੇ ਅਸੀਂ ਬਾਹਰ ਦਾ ਪਰਿਵਾਰ ਲਈਏ, ਧੀਆਂ ਪੁੱਤਰ, ਜੇ ਸਾਰਾ ਪਰਿਵਾਰ ਮੰਨੇਗਾ ਹੁਕਮ ਨੂੰ, ਸਾਰਾ ਪਰਿਵਾਰ ਤਰ ਜਾਏਗਾ। ਜੇ ਮੈਂ ਇਕੱਲਾ ਮੰਨਾਂਗਾ, ਮੈਂ ਇਕੱਲਾ ਤਰ ਜਾਵਾਂਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੁੱਲਾਂ ਦੇ ਕੁੱਲ, ਪਰਿਵਾਰਾਂ ਦੇ ਪਰਿਵਾਰ ਤਰ ਜਾਂਦੇ ਨੇ ਜੇ ਹੁਕਮ ਨੂੰ ਮੰਨਣ, ਜੇ ਰੱਬੀ ਰਜਾ ਨੂੰ ਮੰਨਣ, ਜੇ ਰੱਬੀ ਰਜਾ ਵਿੱਚ ਤੁਰਨ ਤਾਂ। ਨਾਏ ਮੰਨਿਆ ਸੰਗਤ ਉਧਰੈ ਜਿਨ ਹਿਰਦੈ ਵਸਾਇਆ। ਨਾਏ ਮੰਨਿਆ ਦਾ ਮਤਲਬ ਜੋ ਹੁਕਮ ਨੂੰ ਮੰਨਦੇ ਨੇ, ਜੋ ਹੁਕਮ ਵਿੱਚ ਤੁਰਦੇ ਨੇ। ਹਿਰਦੈ ਵਸਾਇਆ ਦਾ ਮਤਲਬ ਜਿਨ੍ਹਾਂ ਨੇ ਆਪਣੇ ਸੋਚ ਦੇ ਅੰਦਰ ਇਸ ਚੀਜ਼ ਨੂੰ ਵਸਾ ਲਿਆ ਹੈ। ਇੱਕ ਤੇ ਹੁੰਦੇ ਨੇ ਗੱਲਾਂ ਕਰੀ ਜਾਣੀਆਂ, ਜਿਵੇਂ ਹੁਣ ਮੈਂ ਗੱਲਾਂ ਕਰ ਰਿਹਾ ਤਾਂ ਗੱਲਾਂ ਤਾਂ ਬੜੀਆਂ ਵਧੀਆ ਨੇ, ਗੁਰੂ ਪਾਤਸ਼ਾਹ ਜੀ ਦੀਆਂ ਪਾਵਨ ਬਾਣੀ ਦੀਆਂ ਗੱਲਾਂ ਨੇ। ਜਿੰਨੀ ਮੈਨੂੰ ਸਮਝ ਹੈ ਉਸ ਹਿਸਾਬ ਨਾਲ ਮੈਂ ਗੱਲਾਂ ਕਰ ਰਿਹਾ, ਵਿਚਾਰ ਕਰ ਰਿਹਾ, ਗੱਲਾਂ ਤਾਂ ਬਹੁਤ ਵਧੀਆ ਕਰ ਰਿਹਾ। ਪਰ ਗੁਰਬਾਣੀ ਦੀਆਂ ਇਹ ਗੱਲਾਂ ਕਰਨ ਦਾ ਮਤਲਬ ਇਹ ਨਹੀਂ ਕਿ ਮੈਂ ਇਹਨਾਂ ਨੂੰ ਮੰਨ ਵੀ ਲਿਆ ਹੈ। ਇਹ ਇੱਕ ਵੱਖਰਾ ਟੌਪਿਕ ਹੈ ਕਿ ਮੈਂ ਇਹਨਾਂ ਤੇ ਅਮਲ ਕਰਨਾ ਕਿ ਨਹੀਂ ਕਰਦਾ। ਗੱਲ ਤਾਂ ਮੰਨਣ ਦੀ ਹੈ। ਹਿਰਦੇ ਵਸਾਇਆ ਦਾ ਮਤਲਬ ਸੋਚ ਦੇ ਅੰਦਰ ਵਸਾਣਾ। ਜ਼ਬਾਨ ਦੇ ਨਾਲ ਗੱਲ ਕਹਿਣੀ ਕੋਈ ਹੋਰ ਚੀਜ਼ ਹੈ, ਸੋਚ ਇੱਕ ਵੱਖਰੀ ਚੀਜ਼ ਹੈ। ਜਿਵੇਂ ਗੰਗੂ ਹੈ, ਸੱਚ ਬੋਲਦਾ ਹੈ, ਪਰ ਉਹਦੀ ਸੋਚ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਬੱਚਿਆਂ ਨੂੰ ਬਚਾਵਾਂ। ਦੂਜੇ ਪਾਸੇ ਗਨੀ ਖਾਂ, ਨਬੀ ਖਾਂ, ਉਹਨਾਂ ਦੀ ਸੋਚ ਬੋਲ ਝੂਠ ਰਹੇ ਨੇ ਵੀ ਗੁਰੂ ਨਹੀਂ, ਉੱਚ ਦਾ ਪੀਰ ਹੈ, ਪਰ ਉਹਨਾਂ ਦੀ ਸੋਚ ਇਹ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਸ਼ਰੀਰ ਕਰਕੇ ਬਚਣਗੇ ਤੇ ਦੁਨੀਆ ਤੇ ਧਰਮ ਬਚੇਗਾ। ਕੋਈ ਹਿਊਮਨ ਰਾਈਟਸ ਦੀ ਗੱਲ ਕਰਨੀ ਰਹੇਗਾ। ਸੋਚ ਕੈਸੀ ਹੈ? ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰ ਵਸਾ ਲਿਆ ਹੈ ਔਰ ਸੋਚ ਦੇ ਅੰਦਰ ਵਸਾ ਕੇ ਜਿਨ੍ਹਾਂ ਨੇ ਮੰਨ ਲਿਆ ਹੈ, ਅਮਲੀ ਰੂਪ ਦਿੱਤਾ ਹੈ, ਸੰਗਤ ਉਧਰੈ, ਉਹਨਾਂ ਦੀ ਸੰਗਤ ਕੀਤਿਆਂ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜੇ ਐਸੇ ਲੋਕਾਂ ਦੀ ਸੰਗਤ ਕਰੀਏ ਜਿਨ੍ਹਾਂ ਦੀ ਸੋਚ ਵਿੱਚ ਵੀ ਸੱਚ ਹੈ, ਜੋ ਫੋਲੋ ਵੀ ਇਸ ਚੀਜ਼ ਨੂੰ ਕਰ ਰਹੇ ਨੇ, ਜੇ ਅਸੀਂ ਵੀ ਉਹਨਾਂ ਦੀ ਸੰਗਤ ਕਰੀਏ, ਉਹਨਾਂ ਰਾਹਾਂ ਤੇ ਤੁਰੀਏ, ਸਾਡਾ ਵੀ ਉਧਾਰ ਹੋ ਜਾਏਗਾ। ਨਾਏ ਮੰਨਿਆ ਸੁਣ ਉਧਰੇ ਜਿਨ ਰਸਨ ਰਸਾਇਆ। ਇੱਥੇ ਨਾਏ ਮੰਨਿਆ ਦਾ ਮਤਲਬ ਹੈ ਮੰਨ ਕੇ ਔਰ ਸੁਣ ਕੇ। ਨਾਏ ਦਾ ਮਤਲਬ ਹੁਕਮ। ਜਿਨ੍ਹਾਂ ਨੇ ਰੱਬੀ ਹੁਕਮ ਨੂੰ ਸੁਣਿਆ ਔਰ ਸੁਣ ਕੇ ਮੰਨ ਲਿਆ। ਰਸਨ ਰਸਾਇਆ, ਰਸਨ ਰਸਾਇਆ ਦਾ ਮਤਲਬ ਰਸਾ ਲਿਆ। ਰਸਨ ਦਾ ਮਤਲਬ ਜੀਭ। ਜਿਨ੍ਹਾਂ ਨੇ ਪ੍ਰਭੂ ਦੇ ਹੁਕਮ ਨੂੰ ਸੁਣਿਆ ਔਰ ਮੰਨਿਆ ਤੇ ਜੀਭ ਨੂੰ ਇੱਕ ਰਸ ਕਰ ਲਿਆ। ਇੱਕ ਰਸ
ਭਾਵ ਜੋ ਜ਼ਬਾਨ ਦੇ ਨਾਲ ਵੀ ਉਹਦਾ ਰਸ ਲੈ ਰਹੇ ਨੇ, ਜ਼ਬਾਨ ਦੇ ਨਾਲ ਬੋਲ ਕੇ ਵੀ ਦੂਜਿਆਂ ਨੂੰ ਦੱਸਦੇ ਨੇ। ਯਾਨੀ ਜਿਨ੍ਹਾਂ ਦੀ ਸੋਚ ਵੀ ਹੁਕਮ ਅਨੁਸਾਰ ਹੈ, ਜਿਨ੍ਹਾਂ ਦੇ ਬੋਲ ਵੀ ਰੱਬੀ ਰਜ਼ਾ ਵਾਲੇ ਨੇ, ਔਰ ਜਿਨ੍ਹਾਂ ਦਾ ਬਿਹੇਵੀਅਰ ਵੀ ਰੱਬੀ ਰਜ਼ਾ ਵਾਲਾ ਹੈ। ਤਾਂ ਅਸੀਂ ਰੱਬੀ ਰਜ਼ਾ ਅਨੁਸਾਰ ਆਪਣੀ ਸੋਚ ਨੂੰ ਬਣਾਉਣਾ ਹੈ। ਰੱਬੀ ਰਜ਼ਾ ਪਾਣੇ ਵਾਲੇ ਸਾਡੇ ਬੋਲ ਚਾਹੀਦੇ ਨੇ, ਔਰ ਰੱਬੀ ਰਜ਼ਾ ਪਾਣੇ ਵਾਲਾ ਸਾਡਾ ਬਿਹੇਵੀਅਰ ਚਾਹੀਦਾ। ਜਿਨ੍ਹਾਂ ਨੇ ਐਸਾ ਜੀਵਨ ਬਣਾ ਲਿਆ ਤਾਂ ਫਿਰ ਕੀ ਹੋਇਆ? ਨਾਏ ਮੰਨਿਆ ਦੁੱਖ ਭੁੱਖ ਗਈ, ਜਿਨ ਨਾਮ ਚਿਤ ਲਾਇਆ। ਨਾਏ ਮੰਨਿਆ ਦਾ ਮਤਲਬ ਹੁਕਮ ਨੂੰ ਮੰਨਣ ਨਾਲ, ਨਾਮ ਚਿਤ ਲਾਇਆ, ਨਾਮ ਵਿੱਚ ਹੁਕਮ ਵਿੱਚ ਜਿਨ੍ਹਾਂ ਨੇ ਆਪਣਾ ਚਿੱਤ ਲਾ ਲਿਆ। ਚਿੱਤ ਦਾ ਮਤਲਬ ਜੋ ਚੇਤਾ ਹੈ, ਜਿੱਥੇ ਹਰ ਸ਼ੈ ਸਾਨੂੰ ਚੇਤੇ ਰਹਿੰਦੀ ਹੈ। ਇਹ ਬਹੁਤ ਵੱਡੀ ਚੀਜ਼ ਹੈ। ਜੋ ਚੀਜ਼ ਸਾਨੂੰ ਚੇਤੇ ਹੈ ਉਹ ਸਾਡੇ ਅਮਲ ਦੇ ਵਿੱਚ ਆਏਗੀ। ਝੂਠ ਬੋਲਣਾ ਚੇਤੇ ਹੁੰਦਾ ਨਾ, ਝੂਠ ਬਿਨਾਂ ਸੋਚਣ ਤੋਂ ਬੰਦਾ ਬੋਲਦਾ, ਸੋਚਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਚਿੱਤ ਵਿੱਚ ਬੈਠਾ ਹੋਇਆ ਹੈ। ਈਰਖਾ ਕਰਨੀ ਹੈ ਬਿਨਾਂ ਸੋਚਣ ਤੋਂ ਆਈ ਜਾਂਦੀ ਹੈ। ਤਾਂ ਚਿੱਤ ਦੇ ਅੰਦਰ ਸੱਚ ਵਸ ਜਾਏ, ਚਿੱਤ ਦੇ ਅੰਦਰ ਹੁਕਮ ਵਸ ਜਾਏ, ਚਿੱਤ ਦੇ ਅੰਦਰ ਰਜ਼ਾ ਵਸ ਜਾਏ, ਤਾਂ ਜਿਨ੍ਹਾਂ ਨੇ ਰੱਬੀ ਰਜ਼ਾ ਵਿੱਚ ਆਪਣੇ ਚਿੱਤ ਨੂੰ ਜੋੜ ਲਿਆ, ਜਿਨ੍ਹਾਂ ਨੇ ਰੱਬੀ ਰਜ਼ਾ ਨੂੰ ਮੰਨ ਲਿਆ, ਫੋਲੋ ਕੀਤਾ, ਦੁੱਖ ਭੁੱਖ ਗਈ, ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਚਲੀ ਗਈ ਔਰ ਉਹਨਾਂ ਦੇ ਦੁੱਖ ਮਿਟ ਗਏ। ਉਹਨਾਂ ਦੀ ਮਾਇਆ ਵਾਲੀ ਭੁੱਖ ਵੀ ਮਿਟ ਗਈ, ਉਹਨਾਂ ਦੀ ਮਾਇਆ ਵਾਲੀ ਤ੍ਰਿਸ਼ਨਾ ਵੀ ਚਲੀ ਗਈ। ਤੇ ਮਾਇਆ ਦਾ ਮਤਲਬ ਮੈਂਟੈਲਿਟੀ, ਸੋਚ। ਜਿਹੜੇ ਵਿਕਾਰਾਂ ਕਰਕੇ ਦੁੱਖ ਸਨ ਉਹ ਵੀ ਚਲੇ ਗਏ, ਵਿਕਾਰ ਕਮਾਉਣ ਦੀ ਭੁੱਖ ਵੀ ਚਲੀ ਗਈ। ਨਾਨਕ ਨਾਮ ਤਿਨੀ ਸਾਲਾਹਿਆ, ਜਿਨ ਗੁਰੂ ਮਿਲਾਇਆ। ਗੁਰੂ ਜੀ ਫਿਰ ਕਹਿ ਰਹੇ ਨੇ ਕਿ ਪ੍ਰਭੂ ਦੇ ਹੁਕਮ ਦੀ ਸਿਫਤ ਸਲਾਹ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ, ਜਿਨ੍ਹਾਂ ਦਾ ਗੁਰੂ ਦੇ ਨਾਲ ਮਿਲਾਪ ਹੋ ਗਿਆ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ। ਕਿਉਂਕਿ ਗੁਰੂ ਤੋਂ ਸਾਨੂੰ ਵਿਵੇਕ ਬੁੱਧ ਮਿਲਣੀ ਹੈ, ਗੁਰੂ ਤੋਂ ਸਾਨੂੰ ਕਾਮਨ ਸੈਂਸ ਮਿਲਣੀ ਹੈ। ਇਸ ਲਈ ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ ਕੇ ਬੁੱਝੀਐ, ਅਕਲੀ ਪਾਈਐ ਮਾਨ। ਨਾਨਕ ਆਖੈ ਰਾ ਇਹ ਹੋਰ ਗੱਲਾਂ ਸ਼ੈਤਾਨ। ਜਿਹੜਾ ਗੁਰੂ ਤੋਂ ਗਿਆਨ ਮਿਲਣਾ ਹੈ ਨਾ, ਫਿਰ ਉਸ ਗਿਆਨ ਨੂੰ ਅਸੀਂ ਯੂਜ਼ ਕਰਨਾ ਹੈ। ਤੇ ਜਿਹੜਾ ਗੁਰੂ ਦੇ ਉਸ ਗਿਆਨ ਨੂੰ, ਵਿਚਾਰਧਾਰਾ ਨੂੰ ਅਮਲੀ ਰੂਪ ਦੇਵੇਗਾ, ਉਹ ਰੱਬ ਵਰਗਾ ਹੋ ਜਾਏਗਾ। ਸ਼ਲੋਕ ਮਹਿਲਾ ਪਹਿਲਾ। ਸਭੇ ਰਾਤੀ ਸਭ ਦੇਹ, ਸਭ ਥਿੱਤੀ ਸਭ ਵਾਰ। ਦੇਹ ਦਾ ਮਤਲਬ ਦਿਨ, ਥਿੱਤੀ ਦਾ ਮਤਲਬ ਚੰਦ ਦੇ ਵਧਾ ਘਟਾ ਦੇ ਨਾਲ ਗਿਣੇ ਜਾਣ ਵਾਲੇ ਮਹੀਨਿਆਂ ਦੀਆਂ ਤਰੀਕਾਂ, ਏਕਮ, ਦੂਜ, ਤੀਜ ਆਦਿ। ਤਾਂ ਰਾਤਾਂ, ਦਿਹਾੜੇ, ਸਾਰੀਆਂ ਥਿੱਤਾਂ ਔਰ ਸਾਰੇ ਵਾਰ। ਸਭੇ ਰੁੱਤੀ ਮਾਹ ਸਭ, ਸਭ ਧਰਤੀ ਸਭ ਭਾਰ। ਮਾਹ ਦਾ ਮਤਲਬ ਮਹੀਨੇ, ਧਰਤੀ ਦਾ ਮਤਲਬ ਧਰਤੀਆਂ, ਤੇ ਭਾਰ ਦਾ ਮਤਲਬ ਜਿੰਨੇ ਵੀ ਸੰਸਾਰ ਦੇ ਪਦਾਰਥ ਨੇ। ਰੁੱਤਾਂ, ਮਹੀਨੇ, ਧਰਤੀਆਂ ਔਰ ਧਰਤੀਆਂ ਦੇ ਉੱਤੇ ਪੈਦਾ ਹੋਏ ਭਾਰ ਦਾ ਮਤਲਬ ਪਦਾਰਥ। ਸਭੇ ਪਾਣੀ, ਪੌਣ ਸਭ, ਸਭ ਅਗਨੀ ਪਾਤਾਲ। ਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ ਦੇ ਸਾਰੇ ਪਦਾਰਥ। ਸਭੇ ਪੁਰੀਆਂ, ਖੰਡ ਸਭ, ਸਭ ਲੋ ਲੋ ਆਕਾਰ। ਲੋ ਲੋ ਦਾ ਮਤਲਬ ਹਰੇਕ ਲੋਕ, 14 ਲੋਕ। ਆਕਾਰ ਦਾ ਮਤਲਬ ਸਰੂਪ, ਸਰੀਰ, ਜੀ ਜੰਤ। ਧਰਤੀਆਂ ਦੇ ਮੰਡਲ, ਬ੍ਰਹਿਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ ਬੇਅੰਤ ਕਿਸਮਾਂ ਦੇ ਜੀਵ ਜੰਤ, ਯਾਨੀ ਪੂਰਾ ਯੂਨੀਵਰਸ, ਜੋ ਵੀ ਦਿਸਦਾ ਅਣਦਿਸਦਾ ਜਗਤ ਹੈ। ਹੁਕਮ ਨਾ ਜਾਪੀ ਕੇਤੜਾ, ਕਹਿ ਨਾ ਸਕੀ ਜੈਕਾਰ। ਕੇਤੜਾ ਦਾ ਮਤਲਬ ਕਿੱਡਾ ਵੱਡਾ, ਕਹਿ ਨਾ ਸਕੀ ਜਿਹਦਾ ਮਤਲਬ ਬਿਆਨ ਨਹੀਂ ਕੀਤਾ ਜਾ ਸਕਦਾ, ਕਾਰ ਦਾ ਮਤਲਬ ਪ੍ਰਭੂ ਦੀ ਰਚਨਾ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸਾਰੀ ਰਚਨਾ ਜੋ ਅਸੀਂ ਗਿਣੀ ਹੈ, ਇਹ ਕਿੱਡੀ ਕੁ ਵੱਡੀ ਹੈ, ਇਹ ਗਿਣੀ ਨਹੀਂ ਜਾ ਸਕਦੀ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਕਮ ਨਾ ਜਾਪੀ ਕੇਤੜਾ, ਨਾ ਅਸੀਂ ਰੱਬ ਦੇ ਹੁਕਮ ਨੂੰ ਪਤਾ ਲਾ ਸਕਦੇ ਹਾਂ ਕਿ ਕਿੱਡਾ ਵੱਡਾ ਹੈ ਸਾਰਾ ਸਿਸਟਮ, ਕੀ ਹੈ, ਕਿੱਡਾ ਵੱਡਾ ਹੈ ਸਿਸਟਮ ਹੈ, ਕਿਹੜੇ ਕਿਹੜੇ ਨਿਯਮ ਕਿੱਥੇ ਕਿੱਥੇ ਕਿਵੇਂ ਕਿਵੇਂ ਕੰਮ ਕਰ ਰਹੇ ਨੇ, ਕਿਵੇਂ ਇਹਨਾਂ ਨਿਯਮਾਂ ਦੇ ਅੰਦਰ ਕੰਮ ਕਰੀ ਜਾ ਰਹੀ ਹੈ, ਕਿਵੇਂ ਇਹਨਾਂ ਨਿਯਮਾਂ ਦੇ ਅੰਦਰ ਰਚਨਾ ਦਾ ਆਕਾਰ ਹੋਇਆ ਜਾਂ ਸਾਰਾ ਕੁਝ ਚੱਲ ਰਿਹਾ ਹੈ। ਇਹ ਸਾਰੇ ਸਿਸਟਮ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਹ ਸਾਰਾ ਕੁਝ ਅਨੰਤ ਅਨੰਤ ਹੈ। ਆਖੇ
ਥੱਕਹਿ ਆਖ ਆਖ ਕਰ ਸਿਫਤੀ ਵਿਚਾਰ। ਆਖ ਆਖ ਆਖੇ ਦਾ ਮਤਲਬ ਬੇਅੰਤ ਬੇਅੰਤ ਵਾਰੀ ਆਖਦੇ ਨੇ, ਥੱਕੇ ਦਾ ਮਤਲਬ ਥੱਕ ਜਾਂਦੇ ਨੇ। ਪ੍ਰਭੂ ਦੀਆਂ ਸਿਫਤਾਂ ਕਰਕੇ, ਵਿਚਾਰ ਕਰਕੇ, ਕਾਇਨਾਤ ਬਾਰੇ ਵਿਚਾਰਾਂ ਕਰ ਕਰਕੇ, ਉਹਦੀਆਂ ਵਡਿਆਈਆਂ ਬਿਆਨ ਕਰ ਕਰਕੇ ਲੋਕ ਥੱਕ ਜਾਂਦੇ ਨੇ, ਹਾਰ ਹੁੱਟ ਜਾਂਦੇ ਨੇ, ਪਰ ਅੰਤ ਨਹੀਂ ਮਿਲਦਾ। ਅੰਤ ਕਾਰਨ ਕੀਤੇ ਬਿਲ ਨਾਹੀਂ, ਤਾਂ ਕਿ ਅੰਤ ਨਾ ਪਾਏ ਜਾਹੇ। ਤ੍ਰਿਣ ਨਾ ਪਾਇਓ ਬਪੁੜੀ, ਨਾਨਕ ਕਹੈ ਗਵਾਰ। ਤ੍ਰਿਣ ਦਾ ਮਤਲਬ ਤ੍ਰਿਣ ਜਿੰਨਾ, ਤੀਲੇ ਜਿੰਨਾ, ਰਤਾ ਭਰ ਵੀ। ਬਪੁੜੀ ਗਵਾਰ ਦਾ ਮਤਲਬ ਵਿਚਾਰੇ ਗਵਾਰਾਂ ਨੇ, ਵਿਚਾਰਿਆਂ ਨੇ। ਨਾਨਕ ਕਹੈ ਦਾ ਮਤਲਬ ਨਾਨਕ ਆਖਦਾ ਹੈ। ਗੁਰੂ ਜੀ ਕਹਿੰਦੇ ਨੇ ਕਿ ਨਾਨਕ ਆਖਦਾ ਹੈ, ਵਿਚਾਰੇ ਗਵਾਰਾਂ ਨੇ ਪ੍ਰਭੂ ਦਾ ਰਤਾ ਭਰ ਵੀ ਅੰਤ ਨਹੀਂ ਲੱਭਿਆ। ਜੇ ਸਾਰੇ ਲੋਕ ਕਹਿਣ ਲੱਗ ਜਾਣ, ਸਾਰੇ ਲੋਕ ਅੰਤ ਲੱਭਣ ਲੱਗ ਜਾਣ, ਤਾਂ ਅੰਤ ਨਹੀਂ ਲੱਭ ਪਾਏਗਾ। ਇਹ ਸਾਰਾ ਕੁਝ ਅਨੰਤ ਅਨੰਤ ਹੈ। ਤਾਂ ਇੱਕ ਗੱਲ ਇੱਥੇ ਸਾਨੂੰ ਸਮਝਣ ਵਾਲੀ ਹੈ ਕਿ ਉਹ ਜੋ ਅਨੰਤ ਹੈ, ਤਾਂ ਇਹਦਾ ਮੀਨਿੰਗ ਇਹ ਹੈ ਕਿ ਸਾਡੇ ਅੰਦਰ ਵੀ ਅਨੰਤ ਸੰਭਾਵਨਾਵਾਂ ਨੇ, ਨਵੀਆਂ ਖੋਜਾਂ ਦੀਆਂ, ਨਵੇਂ ਗੁਣਾਂ ਦੀਆਂ, ਨਵੇਂ ਸੁੱਖ ਪਾਉਣ ਦੀਆਂ, ਮਹਾਨ ਹੋਣ ਦੀਆਂ, ਕਿਉਂਕਿ ਉਹ ਅਨੰਤ ਤੁਹਾਡੇ ਅੰਦਰ ਬੈਠਾ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ। ਇਟ ਮੀਨਸ ਕਿ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਕੋਈ ਇਨਸਾਨ ਆਪਣੇ ਆਪ ਨੂੰ ਜਿੰਨਾ ਮਰਜ਼ੀ ਚਾਹੇ ਮਹਾਨ ਬਣਾ ਲਵੇ, ਉਸ ਤੋਂ ਅੱਗੇ ਵੀ ਉਹਦੀ ਸੰਭਾਵਨਾ ਬਚੀ ਰਹੇਗੀ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਇੱਧਰ ਯਤਨ ਕਰਨ ਦੀ ਲੋੜ ਹੈ। ਨਿੱਤ ਆਪਣੇ ਕਿਸੇ ਗੁਣ ਨੂੰ ਵਧਾਓ, ਸੱਚ ਬੋਲਣ ਦੀ ਬਿਰਤੀ ਬਣਾ ਲਓ, ਪਿਆਰ ਕਰਨ ਦੀ ਬਣਾ ਲਓ, ਦਇਆ ਕਰਨ ਦੀ ਬਿਰਤੀ ਬਣਾ ਲਓ, ਆਪਣੇ ਕੰਮ ਦੇ ਅੰਦਰ ਇੰਟਰਸਟ ਲਓ, ਆਪਣੇ ਕਾਰੋਬਾਰਾਂ ਨੂੰ ਵਧਾਓ। ਜਿੰਨਾ ਮਰਜ਼ੀ ਤੁਸੀਂ ਵਧਾਓ, ਕਿਸੇ ਚੀਜ਼ ਦਾ ਅੰਤ ਨਹੀਂ ਹੈ। ਡੇਲੀ ਕੁਛ ਨਾ ਕੁਛ ਨਵਾਂ ਕਰੋ, ਆਪਣੀ ਵਰਡਿੰਗ ਦੇ ਅੰਦਰ ਸੁਧਾਰ ਕਰੋ, ਆਪਣੀ ਸੋਚ ਦੇ ਅੰਦਰ ਸੁਧਾਰ ਕਰੋ। ਸਬਜ਼ੀ ਭਾਜੀ ਬਣਾਉਂਦੇ ਹੋ ਬੜੀ ਸਵਾਦੀ, ਕੱਲ ਨੂੰ ਹੋਰ ਸਵਾਦ ਬਣ ਸਕਦੀ ਹੋ। ਅਸੀਂ ਜਾਂਦੇ ਹਾਂ ਨਾ ਰੈਸਟੋਰੈਂਟ ਤੇ, ਹਫ਼ਤੇ 2 ਹਫ਼ਤੇ ਬਾਅਦ ਆਮ ਲੋਕ ਜਾਂਦੇ ਨੇ। ਕਿਉਂ ਜਾਂਦੇ ਨੇ? ਇਸ ਕਰਕੇ ਜਾਂਦੇ ਨੇ ਕਿ ਰੈਸਟੋਰੈਂਟ ਤੇ ਉਹਨਾਂ ਨੂੰ ਆਪਣੇ ਘਰ ਨਾਲੋਂ ਖਾਣਾ ਜ਼ਿਆਦਾ ਸਵਾਦ ਲੱਗਦਾ ਹੋਵੇਗਾ, ਤਾਂ ਹੀ ਜਾਂਦੇ ਹੋਣਗੇ ਨਾ, ਕਿ ਉੱਥੇ ਸਵਾਦ ਬਣਦਾ ਹੈ। ਤੇ ਜਿਹੜਾ ਨਮਕ, ਮਿਰਚ, ਲੂਣ ਮਿਰਚ ਜੋ ਵੀ ਹੈ, ਘਿਓ ਮਸਾਲਾ ਹੈ, ਗਰਮ ਮਸਾਲਾ ਹੈ, ਜਾਂ ਜੋ ਵੀ ਆ ਜੀਰਾ ਧਨੀਆ, ਰੈਸਟੋਰੈਂਟ ਵਾਲੇ ਵੀ ਉਹੀ ਵਰਤ ਰਹੇ ਨੇ। ਤਾਂ ਇਹਦਾ ਮਤਲਬ ਜੇਕਰ ਅਸੀਂ ਥੋੜਾ ਟਰਾਈ ਕਰੀਏ ਤਾਂ ਅਸੀਂ ਰੈਸਟੋਰੈਂਟ ਵਰਗਾ ਘਰ ਖਾਣਾ ਬਣਾ ਸਕਦੇ ਹਾਂ। ਉਸ ਤੋਂ ਬਾਅਦ ਲੋਕ 3 ਸਟਾਰ 5 ਸਟਾਰ ਹੋਟਲਾਂ ਵਿੱਚ ਜਾ ਰਹੇ ਨੇ। ਮਸਾਲੇ ਤੇ ਉੱਥੇ ਵੀ ਉਹੀ ਨੇ, ਬੰਦੇ ਵੀ ਉਹੀ ਨੇ, ਪਰ ਉਹਨਾਂ ਦੇ ਬਣਾਉਣ ਦੀ ਕੁਆਲਿਟੀ। ਤਾਂ ਇਹਦਾ ਮਤਲਬ ਜੇ ਤੁਸੀਂ ਚਾਹੋ ਤੇ ਘਰ ਦੇ ਵਿੱਚ ਵੀ 5 ਸਟਾਰ ਵਰਗਾ ਖਾਣਾ ਤਿਆਰ ਕਰ ਸਕਦੇ ਹੋ, ਪੋਸੀਬਿਲਿਟੀ ਹੈ, ਉਹ ਵੀ ਬੰਦੇ ਹੀ ਨੇ। ਤਾਂ ਮੇਰੇ ਕਹਿਣ ਤੋਂ ਭਾਵ ਕੱਲੀਆਂ ਸਬਜ਼ੀਆਂ ਦੀ ਮੈਂ ਗੱਲ ਨਹੀਂ, ਤੱਕ ਮਿਸਾਲ ਲੈ ਰਿਹਾ ਕਿ ਹਰ ਰੋਜ਼ ਅਸੀਂ ਆਪਣਾ ਵਿਕਾਸ ਕਰ ਸਕਦੇ ਹਾਂ, ਔਰ 5 ਸਟਾਰ ਹੋਟਲਾਂ ਦੇ ਨਾਲੋਂ ਵੀ ਵਧੀਆ ਖਾਣਾ ਤੁਸੀਂ ਬਣਾ ਸਕਦੇ ਹੋ, ਕਿਉਂਕਿ ਕਿਸੇ ਵੀ ਚੀਜ਼ ਦੀ ਕੋਈ ਲਿਮਟ ਨਹੀਂ ਹੈ, ਅਨੰਤ ਹੈ, ਅਨੰਤ ਹੈ ਸਭ ਕੁਝ। ਅਨੰਤ ਵਿਕਾਸ ਦੀਆਂ ਸੰਭਾਵਨਾਵਾਂ ਨੇ, ਗਿਆਨ ਦੀਆਂ ਸੰਭਾਵਨਾਵਾਂ ਨੇ। ਅਗਲਾ ਬਚਨ ਕਰਦੇ ਨੇ, ਅੱਖੀ ਪਰਣੇ ਜੇ ਫਿਰਾਂ ਦੇਖਾਂ ਸਭ ਆਕਾਰ। ਅੱਖੀ ਪਰਣੇ ਦਾ ਮਤਲਬ ਅੱਖਾਂ ਭਾਰ ਹੋ ਕੇ। ਕਈ ਲੋਕ ਨਾ ਦੁਨੀਆ ਵਿੱਚ ਫਿਰਦੇ ਰਹਿੰਦੇ ਨੇ ਧਰਤੀ ਤੇ, ਔਰ ਕਹਿੰਦੇ ਨੇ ਇਹਦੇ ਨਾਲ ਪਾਰ ਉਤਾਰਾ ਹੋਏਗਾ। ਗੁਰੂ ਜੀ ਕਹਿੰਦੇ ਨੇ ਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ, ਸਿਰ ਪਰਨੇ ਹੋ ਕੇ ਫਿਰ ਕੇ ਸਾਰੀ ਦੁਨੀਆ ਨੂੰ ਦੇਖਾਂ, ਪੁੱਛਾਂ ਗਿਆਨੀ ਪੰਡਿਤਾਂ, ਪੁੱਛਾਂ ਵੇਦ ਵਿਚਾਰ। ਜੇ ਮੈਂ ਗਿਆਨਵਾਨ ਪੰਡਤਾਂ, ਵੇਦਾਂ ਦੇ ਡੂੰਘੇ ਭੇਦ ਪੁੱਛ ਲਵਾਂ, ਪੁੱਛਾਂ ਦੇਵਾਂ ਮਾਨਸਾਂ, ਜੋਧ ਕਰਹਿ ਅਵਤਾਰ। ਮਾਨਸਾਂ ਦਾ ਮਤਲਬ ਮਨੁੱਖਾਂ ਨੂੰ, ਕਰਹਿ ਅਵਤਾਰ ਦਾ ਮਤਲਬ ਜੋ ਜੰਮਦੇ ਨੇ, ਬਣਦੇ ਨੇ, ਜੋਧੇ ਸੂਰਮੇ। ਜੇ ਮੈਂ ਦੇਵਤਿਆਂ ਨੂੰ ਜਾਂ ਪੁੱਛਾਂ, ਜੇ ਮੈਂ ਉਹਨਾਂ ਮਨੁੱਖਾਂ ਨੂੰ ਪੁੱਛਾਂ ਜੋ ਬੜੇ ਬੜੇ ਸੂਰਮੇ ਬਣਦੇ ਨੇ, ਵੱਡੇ ਵੱਡੇ ਸੂਰਮੇ ਨੇ। ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ। ਜਿੰਨੇ ਸਿੱਧ ਨੇ, ਸਮਾਧੀਆਂ ਲਾਉਣ ਵਾਲੇ ਨੇ, ਮੈਂ ਉਹਨਾਂ ਦੇ ਦਰਬਾਰ ਵਿੱਚ ਜਾ ਵੜਾਂ, ਉਹਨਾਂ ਦੀ ਸਭਾ ਵਿੱਚ ਜਾ ਵੜਾਂ, ਤੇ ਉਹਨਾਂ ਨੂੰ ਸੁਣਾ ਤੇ ਉਹਨਾਂ ਤੋਂ ਪੁੱਛਾਂ। ਪਰ ਗੁਰੂ ਜੀ ਕਹਿੰਦੇ ਨੇ ਅੱਗੇ ਸੱਚਾ ਸੱਚ ਨਾਏ, ਨਿਰਭਉ ਭੈ ਵਿਣ ਸਾਰ। ਇਹਨਾਂ ਸਾਰੇ ਉਦਮਾਂ ਦੇ ਸਾਹਮਣੇ ਸੁਚੱਜੀ ਮਤ ਇਹ ਹੈ ਕਿ ਸਦਾ ਕਾਇਮ ਰਹਿਣ ਵਾਲਾ ਜੋ ਪ੍ਰਭੂ ਹੈ, ਉਹ ਨਿਰਭਉ ਹੈ, ਜਿਹਨੂੰ ਕਿਸੇ ਦਾ ਡਰ ਨਹੀਂ ਹੈ, ਸਾਰੇ ਜਗਤ ਦਾ ਮੂਲ ਹੈ,
ਤੇ ਸੱਚ ਨਾਏ ਦਾ ਮਤਲਬ ਉਹ ਸੱਚੇ ਹੁਕਮ ਦੇ ਵਿੱਚ ਤੁਰਿਆ ਮਿਲਦਾ ਹੈ। ਨਾਏ ਦਾ ਮਤਲਬ ਨਾਮ, ਹੁਕਮ। ਸੱਚ ਨਾਏ ਦਾ ਮਤਲਬ ਸੱਚੇ ਹੁਕਮ ਵਿੱਚ ਤੁਰਿਆ। ਜਿੰਨਾ ਮਰਜੀ ਮੈਂ ਗਿਆਨਵਾਨਾਂ ਤੋਂ ਪੁੱਛ ਲਵਾਂ, ਸਿਰ ਪਰਨੇ ਹੋ ਕੇ ਧਰਤੀ ਤੇ ਫਿਰ ਲਵਾਂ, ਜਿੰਨੇ ਮਰਜੀ ਮੈਂ ਕਰਮ ਕਾਂਡ ਕਰ ਲਵਾਂ, ਇਹ ਸਾਰਾ ਕੁਝ ਹਾਸਲ ਕਰ ਲਵਾਂ, ਫਿਰ ਵੀ ਮੈਂ ਆਤਮਿਕ ਜੀਵਨ ਨਹੀਂ ਪਾ ਸਕਦਾ ਜਦੋਂ ਤੱਕ ਮੈਂ ਹੁਕਮ ਨੂੰ ਫੋਲੋ ਨਹੀਂ ਕਰਦਾ, ਜਦੋਂ ਤੱਕ ਮੈਂ ਰਜਾ ਭਾਣੇ ਵਿੱਚ ਨਹੀਂ ਤੁਰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਪ੍ਰਭੂ ਹੈ, ਨਿਰਭਉ ਹੈ, ਨਿਰਵੈਰ ਹੈ, ਉਹ ਸੱਚੇ ਹੁਕਮ ਦੇ ਅੰਦਰ ਤੁਰਿਆ ਮਿਲਦਾ ਹੈ। ਰਿਕੁਆਇਰਮੈਂਟ ਪੂਰੀ ਕਰਨੀ ਪਵੇਗੀ ਕਿਸੇ ਵੀ ਕੰਮ ਦੀ, ਹੁਕਮ ਦੇ ਅੰਦਰ ਤੁਰਿਆ। ਬਿਨਾਂ ਹੁਕਮ ਤੋਂ ਟੱਕਰਾ ਮਾਰਨ ਦਾ ਕੋਈ ਲਾਭ ਨਹੀਂ ਹੈ। ਹੋਰ ਕੱਚੀ ਮੱਤੀ ਕੱਚ ਪਿੱਛ ਅੰਧਿਆ ਅੰਧ ਵਿਚਾਰ। ਕੱਚ ਪਿੱਛ ਦਾ ਮਤਲਬ ਕੱਚਾ ਪਿੱਲਾ, ਅੰਧ ਵਿਚਾਰ ਦਾ ਮਤਲਬ ਅੰਨਿਆਂ ਵਾਲਾ ਅੰਦਾਜ਼ਾ। ਤਾਂ ਗੁਰੂ ਜੀ ਕਹਿੰਦੇ ਨੇ ਹੁਕਮ ਰਜਾ ਵਿੱਚ ਤੁਰਨ ਤੋਂ ਬਿਨਾਂ ਸਾਰੀਆਂ ਮੱਤਾਂ ਕੱਚੀਆਂ ਨੇ, ਹੋਰ ਸਾਰੇ ਉਦਮ ਕੱਚੇ ਪਿੱਲੇ ਨੇ, ਤੇ ਰੱਬੀ ਰਜਾ ਤੋਂ ਖੁੰਝੇ ਹੋਏ ਅੰਨੇ ਲੋਕਾਂ ਦੇ ਅੰਨੇ ਅੰਦਾਜ਼ੇ ਨੇ, ਸਿਰਫ ਅੰਦਾਜ਼ੇ ਨੇ, ਉਹ ਵੀ ਅਗਿਆਨਤਾ ਭਰੇ। ਜਿੰਨੇ ਮਰਜੀ, ਜਿੰਨੇ ਵੀ ਆ ਕਰਮ ਕਾਂਡ ਨੇ, ਜਿੰਨੇ ਵੀ ਅੱਜ ਨੂੰ ਭਗਤੀ ਔਰ ਧਰਮ ਸਮਝਿਆ ਜਾ ਰਿਹਾ ਹੈ, ਗੁਰੂ ਜੀ ਕਹਿੰਦੇ ਨੇ ਸਾਰੇ ਸਾਧਨ ਕੱਚੇ ਪਿੱਲੇ ਨੇ, ਔਰ ਇਹ ਅਗਿਆਨੀਆਂ ਦੇ, ਅੰਨਿਆਂ ਦੇ ਅੰਨੇ ਅੰਦਾਜ਼ੇ ਨੇ। ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾਂ ਸਾਰੇ ਅੰਦਾਜ਼ੇ ਕੱਚੇ ਪਿੱਲੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ। ਕਰਮੀ ਦਾ ਮਤਲਬ ਬਖਸ਼ਿਸ਼, ਨਦਰ ਦਾ ਮਤਲਬ ਰਹਿਮਤ। ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਰਹਿਮਤ ਰਾਹੀਂ ਬੰਦਗੀ ਕਰਨੀ ਮਿਲਦੀ ਹੈ। ਬੰਦਗੀ ਦਾ ਮਤਲਬ ਮਾਲਾ ਫੇਰਨੀ ਨਹੀਂ ਹੈ, ਚੀਜ਼ ਸਮਝ ਲੈਣਾ। ਬੰਦਗੀ ਦਾ ਮਤਲਬ ਰੱਬੀ ਰਜਾ ਵਿੱਚ ਤੁਰਨਾ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਸਦਾਏ, ਕੋ ਐਸਾ ਭਗਤ ਸਦਾਏ। ਤਾਂ ਪ੍ਰਭੂ ਦੀ ਰਜ਼ਾ ਭਾਣੇ ਵਿੱਚ ਤੁਰਨ ਤੋਂ ਬਿਨਾਂ ਇਹ ਸਾਰੇ ਅੰਦਾਜ਼ੇ ਕੱਚੇ ਪਿੱਲੇ ਨੇ। ਪ੍ਰਭੂ ਜੋ ਹੈ, ਇਹ ਸਿਮਰਨ ਜਾਂ ਜਿਹੜਾ ਰਜ਼ਾ ਵਿੱਚ ਤੁਰਨਾ ਹੈ, ਰੱਬੀ ਰਜ਼ਾ ਦੇ ਨਾਲ ਹੀ ਮਿਲਦਾ ਹੈ, ਔਰ ਰਜ਼ਾ ਦੇ ਅੰਦਰ ਹੀ ਮਿਹਰ ਦੀ ਨਜ਼ਰ ਹੁੰਦੀ ਹੈ। ਪੌੜੀ ਨਾਏ ਮੰਨੇ ਦੁਰਮਤ ਗਈ, ਮਤ ਪ੍ਰਗਟੀ ਆਇਆ। ਜਦੋਂ ਬੰਦਾ ਹੁਕਮ ਨੂੰ ਮੰਨਦਾ ਹੈ, ਹੁਕਮ ਨੂੰ ਮੰਨਣ ਕਰਕੇ ਦੁਰਮਤ ਗਈ ਦਾ ਮਤਲਬ ਖੋਟੀ ਮਤ ਖਤਮ ਹੋ ਜਾਂਦੀ ਹੈ। ਮਤ ਪ੍ਰਗਟੀ ਆਇਆ ਦਾ ਮਤਲਬ ਜਿਹੜੀ ਆਤਮਿਕ ਜੀਵਨ ਦੀ ਸੂਝ ਵਾਲੀ ਚੰਗੀ ਮਤ ਹੈ, ਉਹ ਅੰਦਰ ਪ੍ਰਗਟ ਹੋ ਜਾਂਦੀ ਹੈ, ਚਮਕ ਪੈਂਦੀ ਹੈ। ਬੰਦੇ ਨੂੰ ਠੀਕ ਔਰ ਗਲਤ ਦਾ ਨਿਰਣਾ ਲੈਣ ਦੀ ਸਮਰੱਥਾ ਪ੍ਰਾਪਤ ਹੋ ਜਾਂਦੀ ਹੈ, ਕਾਮਨ ਸੈਂਸ, ਵਿਵੇਕ, ਬੁੱਧ ਮਿਲ ਜਾਂਦੀ ਹੈ। ਨਾਏ ਮੰਨੇ ਹਉਮੈ ਗਈ, ਸਭ ਰੋਗ ਗਵਾਇਆ। ਜੇ ਹੁਕਮ ਨੂੰ ਮੰਨ ਲਿਆ ਜਾਏ ਤਾਂ ਹਉਮੈ ਖਤਮ ਹੋ ਜਾਂਦੀ ਹੈ। ਨਾ ਇਨਫੀਰੀਓਰਿਟੀ ਕੰਪਲੈਕਸ ਰਹਿੰਦਾ ਹੈ ਤੇ ਨਾ ਸੁਪਰੀਓਰਿਟੀ ਕੰਪਲੈਕਸ ਰਹਿੰਦਾ ਹੈ। ਨਾ ਫਿਰ ਦੁਨੀਆ ਦੇ ਨਾਲੋਂ ਵਖੇਵੇਂ ਰਹਿੰਦੇ ਨੇ, ਤੇ ਇਹ ਭਾਵਨਾ ਵੀ ਚਲੀ ਜਾਂਦੀ ਹੈ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹਾਂ। ਇਹ ਭਾਵਨਾ ਹੀ ਖਤਮ ਹੋ ਜਾਂਦੀ ਹੈ। ਪਤਾ ਲੱਗਦਾ ਹੈ ਕਿ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਸਭ ਰੋਗ ਗਵਾਇਆ ਦਾ ਮਤਲਬ ਮਨ ਦੇ ਸਾਰੇ ਰੋਗ ਗਵਾਚ ਜਾਂਦੇ ਨੇ, ਕਾਮ, ਕ੍ਰੋਧ ਆਦਿ, ਰੱਬੀ ਰਜਾ ਦੇ ਵਿੱਚ ਤੁਰਨ ਦੇ ਨਾਲ। ਨਾਏ ਮੰਨਿਆ ਨਾਮ ਉਪਜੈ, ਸਹਜੇ ਸੁਖ ਪਾਇਆ। ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਨਾਏ ਮੰਨੇ ਦਾ ਮਤਲਬ ਪ੍ਰਭੂ ਦੇ ਹੁਕਮ ਨੂੰ ਮੰਨਣ ਕਰਕੇ ਰੱਬੀ ਰਜਾ ਵਿੱਚ ਤੁਰਿਆ। ਨਾਮ ਉਪਜੈ ਦਾ ਮਤਲਬ ਰੱਬ ਦੇ ਹੁਕਮ ਦਾ ਪਿਆਰ ਪੈਦਾ ਹੁੰਦਾ ਹੈ, ਸੂਝ ਪੈਦਾ ਹੁੰਦੀ ਹੈ। ਜਿਵੇਂ ਜਿਵੇਂ ਅਸੀਂ ਮੰਨਦੇ ਆ ਨਾ, ਤੁਰਦੇ ਆ, ਤੇ ਸਾਨੂੰ ਸੁੱਖ ਮਿਲਦਾ ਹੈ, ਤਾਂ ਸਾਡੇ ਅੰਦਰ ਹੋਰ ਪਿਆਰ ਪੈਦਾ ਹੁੰਦਾ ਹੈ। ਸਹਜੇ ਸੁਖ ਪਾਇਆ, ਸਹਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ ਟਿਕਿਆ। ਫਿਰ ਜਦੋਂ ਅਸੀਂ ਮਨ, ਬਚਨ, ਕਰਮ ਕਰਕੇ ਰੱਬੀ ਹੁਕਮ ਨੂੰ ਮੰਨਦੇ ਹਾਂ, ਸੁਖ ਪਾਇਆ ਦਾ ਮਤਲਬ ਫਿਰ ਬੰਦਾ ਸੁਖ ਪ੍ਰਾਪਤ ਕਰ ਲੈਂਦਾ। ਨਾਏ ਮੰਨਿਆ ਸ਼ਾਂਤ ਉਪਜੈ, ਹਰ ਮਨ ਵਸਾਇਆ। ਰੱਬੀ ਰਜਾ ਨੂੰ ਮੰਨਣ ਦੇ ਨਾਲ, ਰੱਬੀ ਰਜਾ ਵਿੱਚ ਜੀਵਨ ਗੁਜ਼ਾਰਨ ਦੇ ਨਾਲ ਸ਼ਾਂਤੀ ਪੈਦਾ ਹੁੰਦੀ ਹੈ। ਫਿਰ ਕੋਈ ਅਸ਼ਾਂਤੀ ਰਹਿੰਦੀ ਨਹੀਂ। ਸਮਝ ਲੱਗ ਜਾਂਦੀ ਹੈ ਕਿ ਇਹ ਰਿਕੁਆਇਰਮੈਂਟ ਮੈਂ ਪੂਰੀ ਕਰਨੀ ਹੈ, ਇਹ ਰਿਕੁਆਇਰਮੈਂਟ ਪੂਰੀ ਕੀਤਿਆਂ ਮੈਂ ਸਫਲ ਹੋ ਜਾਣਾ ਹੈ। ਤੇ ਜੇ ਸਫਲ ਨਹੀਂ ਹੋਏ ਤਾਂ ਵੀ ਬੰਦਾ ਸ਼ਾਂਤ ਰਹਿੰਦਾ। ਉਹਨੂੰ ਪਤਾ ਹੁੰਦਾ ਕਿ ਮੈਂ ਰਿਕੁਆਇਰਮੈਂਟ ਪੂਰੀ ਨਹੀਂ ਕੀਤੀ ਤਾਂ ਹੁਣ ਮੈਨੂੰ ਇਹ ਮਿਲਣਾ ਥੋੜੀ ਸੀ। ਰੱਬੀ ਰਜ਼ਾ ਦੀ ਸਮਝ ਆ ਗਈ ਨਾ। ਤਾਂ ਰੱਬੀ ਰਜ਼ਾ ਵਿੱਚ ਤੁਰਿਆ ਜ਼ਿੰਦਗੀ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ, ਔਰ ਹਰੀ ਪ੍ਰਭੂ ਹਰ ਵਕਤ ਮਨ ਦੇ ਅੰਦਰ ਸੋਚ ਵਿੱਚ ਆ ਵਸਦਾ ਹੈ। ਨਾਨਕ ਨਾਮ ਰਤਨ ਹੈ। ਰਤਨ ਦਾ ਮਤਲਬ ਕੀਮਤੀ ਮੋਤੀ, ਕੀਮਤੀ ਰਤਨ। ਨਾਮ ਦਾ ਮਤਲਬ ਪ੍ਰਭੂ ਦਾ ਹੁਕਮ। ਜੋ ਪ੍ਰਭੂ ਦਾ ਹੁਕਮ ਹੈ, ਰਜ਼ਾ ਹੈ, ਲਾ ਆਫ ਨੇਚਰ ਹੈ, ਰੱਬ ਦੀ ਰਜ਼ਾ ਪਾਣਾ ਜੋ ਸਿਸਟਮ ਹੈ,
ਇੱਕ ਬਹੁਤ ਕੀਮਤੀ ਮੋਤੀ ਹੈ। ਦੁਨੀਆ ਦੇ ਅੰਦਰ ਸਭ ਤੋਂ ਕੀਮਤੀ ਸ਼ੈ ਜੇ ਜ਼ਿੰਦਗੀ ਵਿੱਚ ਹੈ ਤੇ ਉਹ ਹੈ ਪ੍ਰਭੂ ਦਾ ਹੁਕਮ, ਰੱਬੀ ਰਜ਼ਾ ਭਾਣੇ ਨੂੰ ਸਮਝਣਾ। ਗੁਰਮੁਖ ਹਰ ਧਿਆਇਆ, ਪਰ ਗੁਰੂ ਦੀ ਸ਼ਰਣੀ ਪੈ ਕੇ ਉਸ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ, ਯਾਦ ਰੱਖਿਆ ਜਾ ਸਕਦਾ ਹੈ, ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਜੋ ਗੁਰੂ ਦੇ ਸਨਮੁਖ ਹੁੰਦੇ ਨੇ, ਗੁਰੂ ਦੀ ਸ਼ਰਣੀ ਆਉਂਦੇ ਨੇ, ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ, ਉਹਨਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜ਼ਿੰਦਗੀ ਦੇ ਅੰਦਰ ਸਭ ਤੋਂ ਕੀਮਤੀ ਜੋ ਹੈ ਉਹ ਪ੍ਰਭੂ ਦੀ ਰਜ਼ਾ ਔਰ ਭਾਣਾ ਹੈ। ਇਹਨੂੰ ਅਸੀਂ ਸਿਰਫ ਔਰ ਸਿਰਫ ਗੁਰੂ ਦੇ ਭਾਣੇ ਵਿੱਚ, ਗੁਰੂ ਦੇ ਗਿਆਨ ਰਾਹੀਂ ਚੱਲ ਕੇ ਹੀ ਇਸ ਚੀਜ਼ ਨੂੰ ਸਮਝਿਆ ਜਾ ਸਕਦਾ ਹੈ। ਤਾਂ ਜੀਵਨ ਦੇ ਅੰਦਰ ਸਭ ਤੋਂ ਕੀਮਤੀ ਜੋ ਚੀਜ਼ ਹੈ ਜਗਤ ਅੰਦਰ, ਉਹ ਹੈ ਪ੍ਰਭੂ ਦਾ ਹੁਕਮ। ਤੇ ਇਸ ਪ੍ਰਭੂ ਦੇ ਹੁਕਮ ਦੀ ਜੋ ਸੂਝ ਹੈ ਉਹ ਗੁਰੂ ਦੇ ਗਿਆਨ ਰਾਹੀਂ ਸਾਨੂੰ ਪੈਂਦੀ ਹੈ। ਤਾਂ ਗੁਰੂ ਦੀ ਰਹਿਮਤ ਕਰਨ ਅਸੀਂ ਗੁਰਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਸਮਝੀਏ, ਗੁਰੂ ਗਿਆਨ ਰਾਹੀਂ ਅਸੀਂ ਰੱਬੀ ਰਜ਼ਾ ਨੂੰ ਫੋਲੋ ਕਰਨ ਦਾ ਯਤਨ ਕਰੀਏ, ਜਿਸ ਕਰਕੇ ਸਾਡੀ ਪਰਸਨਲ ਲਾਈਫ, ਫੈਮਿਲੀ ਲਾਈਫ ਔਰ ਸੋਸ਼ਲ ਲਾਈਫ ਸਵਰਗ ਹੋ ਸਕੇ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣਾ ਹੈ ਤਾਂ ਉਹ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।